ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਸਾਡੇ ਨਾਲ ਮੌਜੂਦ ਰਹਿੰਦੇ ਨੇ। ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਤੁਹਾਡੇ ਲਈ ਕਰਦੇ ਨੇ ਜਿਹੜੀਆਂ ਕਿ ਨੈਸ਼ਨਲ ਪੱਧਰ ਦੀਆਂ ਹੁੰਦੀਆਂ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੀ ਵਿਸਥਾਰ ਨਾਲ ਦੇਖਾਂਗੇ ਕੀ ਹੈ, ਕੋਖ ਕਰਕੇ ਉਹਨਾਂ ਦੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਾਰੀਆਂ ਖਬਰਾਂ ਨੂੰ ਡੀਕੋਡ ਕਰ ਸਕੀਏ। ਸੋ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ। ਜੀ ਸ਼ੁਕਰੀਆ ਗੁਰਪ੍ਰੀਤ ਭਾਈ ਜੀ। ਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗੱਲ ਕਰਦੇ ਹਾਂ, ਕਿਉਂਕਿ ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਨੇ ਜਾਂ ਫਿਰ ਚੋਣਾਂ ਨਹੀਂ ਵੀ ਹੁੰਦੀਆਂ ਤਾਂ ਘੁੰਮ ਫਿਰ ਕੇ ਗੱਲ ਆ ਹੀ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਤੇ, ਕਿਉਂਕਿ ਰੋਲ ਦੀ ਜਿਹੜੀ ਉਹਨਾਂ ਦੀ ਗੱਲ ਆਉਂਦੀ ਹੈ ਕਿ ਰੋਲ ਕਿਹੋ ਜਿਹਾ ਅਦਾ ਕਰ ਰਹੇ ਨੇ, ਉਸ ਤੇ ਬਹੁਤ ਸਾਰੇ ਅਲੱਗ-ਅਲੱਗ ਟਿੱਪਣੀਆਂ ਆਉਂਦੀਆਂ ਨੇ, ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ। ਕਈ ਵਾਰ ਪ੍ਰਤੱਖ ਸਬੂਤ ਵੀ ਹੁੰਦੇ ਨੇ ਪਰ ਕੋਈ ਬੋਲ ਨਹੀਂ ਸਕਦਾ, ਕਿਉਂਕਿ ਆਖਿਰਕਾਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ। ਉਹਨਾਂ ਦੇ ਜਿਹੜੇ ਮੁਖੀ ਨੇ ਰਾਜੀਵ ਕੁਮਾਰ ਹੋਣੀ, ਉਹਨਾਂ ਦੀ ਹੁਣ ਛੁੱਟੀ ਹੋ ਰਹੀ ਹੈ, ਉਹ ਹੋ ਰਹੇ ਨੇ ਰਿਟਾਇਰ 18 ਫਰਵਰੀ ਨੂੰ। ਤੇ ਇਸ ਦੇ ਲਈ ਨਵੀਂ ਭਰਤੀ ਹੋਣੀ ਹੈ। ਨਵੀਂ ਭਰਤੀ ਦੀ ਪ੍ਰਕਿਰਿਆ ਕੀ ਹੈ, ਉਸ ਦੇ ਵਿੱਚ ਕਿਹਨੇ ਸ਼ਾਮਲ ਹੋਣਾ ਹੁੰਦਾ ਹੈ ਤੇ ਕੀ ਹੁਣ ਆਸ ਕਰੀਏ ਵੀ ਅਗਲੇ ਜਿਹੜੇ ਆਉਣਗੇ ਮੁਖੀ ਆਉਣਗੇ ਉਹ ਕਿੱਦਾਂ ਦਾ ਰੋਲ ਅਦਾ ਕਰਨਗੇ, ਚਾਨਣਾ ਪਾਓ ਤਾਂ ਜ਼ਰਾ। ਜੀ ਬਿਲਕੁਲ, ਤੁਹਾਡੇ ਫੇਵਰੇਟ ਰਾਜੀਵ ਕੁਮਾਰ ਜੀ ਰਿਟਾਇਰ ਹੋ ਰਹੇ ਨੇ ਗੁਰਪ੍ਰੀਤ ਤੇ ਅਸੀਂ ਜਦੋਂ ਇੱਕ ਹਿਸਾਬ ਨਾਲ ਜਦੋਂ ਤੋਂ ਅਸੀਂ ਲਗਾਤਾਰ ਪੋਲੀਟੀਕਲ ਕਵਰੇਜ ਕਰ ਰਹੇ ਹਾਂ ਉਦੋਂ ਤੋਂ ਹੀ ਰਾਜੀਵ ਕੁਮਾਰ ਜੀ ਨੇ ਧੱਕ ਪਾਈ ਹੋਈ ਹੈ। ਲਗਾਤਾਰ ਉਹਨਾਂ ਦੇ ਕਾਰਜਕਾਲ ਦੌਰਾਨ EVM ਤੇ ਵੀ ਸਵਾਲ ਉੱਠੇ, ਨਵੇਂ ਵੋਟਰ ਐਡ ਕੀਤੇ ਜਾਣ ਤੇ ਵੀ ਬਹੁਤ ਸਾਰੇ ਸਵਾਲ ਉੱਠੇ ਤੇ ਹੋਰ ਵੀ ਕਈ ਚੀਜ਼ਾਂ ਸੀਗੀਆਂ। ਉਹਨਾਂ ਦੇ ਰੋਲ ਨੂੰ ਲੈ ਕੇ ਖਾਸੇ ਸਵਾਲ ਰਹੇ, ਪਰ ਫਾਈਨਲੀ ਉਹ ਰਿਟਾਇਰ ਹੋ ਰਹੇ ਨੇ। ਹੁਣ ਜਿਹੜਾ ਪ੍ਰੋਸੈਸ ਫੋਲੋ ਕੀਤਾ ਜਾਊਗਾ ਉਹ ਹੋਊਗਾ ਕਿ ਇੱਕ ਮੀਟਿੰਗ ਹੋਣੀ ਹੈ 17 ਫਰਵਰੀ ਨੂੰ, ਜਿਹਦੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਵਿਪਕਸ਼ ਦੇ ਆਗੂ ਰਾਹੁਲ ਗਾਂਧੀ ਸ਼ਾਮਿਲ ਹੋਣਗੇ। ਤੇ ਇਸ ਤੋਂ ਬੇਸਿਕਲੀ CEC ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ, ਉਹਦੇ ਥੱਲੇ 2 ਹੋਰ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ। ਬੇਸਿਕਲੀ 3 ਇਲੈਕਸ਼ਨ ਕਮਿਸ਼ਨਰ ਹੁੰਦੇ ਨੇ, ਉਹਨਾਂ ਚੋਂ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ ਤੇ ਇੱਕ ਸੁਖਬੀਰ ਸਿੰਘ ਸੰਧੂ ਨਾਂ ਦਾ ਬੰਦਾ ਹੈਗਾ ਜਿਹੜਾ ਇਲੈਕਸ਼ਨ ਕਮਿਸ਼ਨਰ ਹੈ, ਤੇ ਇੱਕ ਗਿਆਨੇਸ਼ ਕੁਮਾਰ ਹੈਗਾ, ਉਹ ਵੀ ਇਲੈਕਸ਼ਨ ਕਮਿਸ਼ਨਰ ਹੈ। ਜਿਹੜਾ ਗਿਆਨੇਸ਼ ਕੁਮਾਰ ਹੈਗਾ ਉਹ ਸੀਨੀਅਰ ਹੈਗਾ, ਤਾਂ ਮੈਨੂੰ ਲੱਗ ਰਿਹਾ ਕਿ ਗਿਆਨੇਸ਼ ਕੁਮਾਰ ਦੀ ਇਸ ਵਾਰ ਦਾਲ ਗਲੂਗੀ। ਉਸ ਤੋਂ ਬਾਅਦ ਸੁਖਬੀਰ ਸੰਧੂ ਦਾ ਅਗਲੀ ਵਾਰ ਨੰਬਰ ਆਊਗਾ। 2 ਸਾਲਾਂ ਦਾ ਇਹ ਟਾਈਮ ਪੀਰੀਅਡ ਹੁੰਦਾ, ਕਈ ਵਾਰ 2.5 ਸਾਲ ਵੀ ਖਿੱਚ ਦਿੰਦੇ ਨੇ। ਤੇ ਇਹ ਹੁਣ 2022 ਚ ਇਹ CEC ਨਿਯੁਕਤ ਹੋਏ ਸੀਗੇ ਤੇ ਹੁਣ ਇਹਨਾਂ ਦੀ ਵਿਦਾਈ ਹੋ ਰਹੀ ਹੈ। ਇਹਨਾਂ ਨੇ ਮਹਾਰਾਸ਼ਟਰ, ਕਰਨਾਟਕ, ਆਪਣਾ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ, ਇਹ ਸਾਰੇ ਚੋਣ ਇਹਨਾਂ ਨੇ ਕਰਾਏ। ਲੋਕ ਸਭਾ ਚੋਣ ਵੀ ਇਹਨਾਂ ਨੇ ਕਰਾਏ ਸੀਗੇ। ਤੇ ਸਵਾਲ ਆਪਾਂ ਨੂੰ ਪਤਾ ਹੈ ਕਿ ਕਿੰਨੇ ਜ਼ਿਆਦਾ ਸਵਾਲ ਉੱਠੇ EVM ਹੈਕ ਤੋਂ ਲੈ ਕੇ, ਔਰ ਇਸ ਤੋਂ ਇਲਾਵਾ ਵੀ ਆਪਾਂ ਗੱਲ ਕਰੀਏ ਇੱਕ ਵੱਡੀ ਫੇਰ ਸੀਗੀ ਜਿਨ੍ਹਾਂ ਤੇ ਇਹਨਾਂ ਦੇ ਖਿਲਾਫ ਲਗਾਤਾਰ ਰਹੀ ਹੈ, ਇਹਨਾਂ ਦੇ ਖਿਲਾਫ ਲਗਾਤਾਰ ਗੱਲ ਚੱਲਦੀ ਰਹੀ ਹੈ। ਉਹਨਾਂ ਚੋਂ ਸਭ ਤੋਂ ਜਿਹੜੀ ਵੱਡੀ ਗੱਲ ਇਹ ਰਹੀ ਕਿ ਇੱਕ ਤਾਂ ਇਹ ਪੱਖਪਾਤੀ ਇਹਨਾਂ ਨੂੰ ਕਿਹਾ ਗਿਆ ਕਿ ਇਹ BJP ਵੱਲ ਜ਼ਿਆਦਾ ਲਗਾ ਰੱਖਦੇ ਨੇ। ਦੂਜਾ ਇਹਨਾਂ ਤੇ ਉੱਪਰ ਇਹ ਵੀ ਆਰੋਪ ਲੱਗੇ ਨੇ ਕਿ ਇਹਨਾਂ ਨੇ ਨਵੇਂ ਵੋਟਰ ਜਿਹੜੇ ਐਡ ਕੀਤੇ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇੱਕ ਇਹਨਾਂ ਦੇ ਇਹ ਵੀ ਆਰੋਪ ਲੱਗੇ ਕਿ ਜਿਹੜੇ ਵੋਟਿੰਗ ਪਰਸੈਂਟ, ਫਾਈਨਲ ਜੋ ਵੋਟਿੰਗ ਪਰਸੈਂਟ ਹੁੰਦੀ ਹੈਗੀ ਇਲੈਕਸ਼ਨ ਡੇ, ਜਿਸ ਦਿਨ ਪੋਲਿੰਗ ਹੋ ਰਹੀ ਹੁੰਦੀ ਹੈ ਉਸ ਦਿਨ ਦੱਸਣੀ ਹੁੰਦੀ ਹੈ, ਉਹ ਉਹਨਾਂ ਨੇ ਨਹੀਂ ਦੱਸੀ। ਇੱਕ ਹਫ਼ਤੇ ਤੱਕ ਉਹ ਪੈਂਡਿੰਗ ਰਹੀ ਤੇ ਫਾਈਨਲ ਵੋਟਿੰਗ ਪਰਸੈਂਟ ਆਉਣ 'ਚ ਵੀ ਉਹਨਾਂ ਨੇ ਹਫ਼ਤੇ ਦਾ ਟਾਈਮ ਲਿਆ ਤੇ ਉਹਦੇ 'ਚ ਵੀ ਖਾਸਾ ਫਰਕ ਹੁੰਦਾ ਸੀਗਾ। ਤੇ ਇਸ ਕਰਕੇ ਕਈ ਚੀਜ਼ਾਂ ਏਦਾਂ ਦੀ ਰਹੀਆਂ ਜਿਸ ਕਰਕੇ ਇਹਨਾਂ ਨੂੰ ਕ੍ਰਿਟਿਸਿਜ਼ਮ ਝੇਲਣਾ ਪਿਆ। ਹੁਣ ਨਵੇਂ ਇਲੈਕਸ਼ਨ ਕਮਿਸ਼ਨਰ ਆਣਗੇ, ਉਹਨਾਂ ਨੂੰ ਚੀਫ ਇਲੈਕਸ਼ਨ ਕਮਿਸ਼ਨਰ ਆਣਗੇ, ਉਹਨਾਂ ਨੂੰ ਦੇਖਾਂਗੇ ਕਿ ਉਹ ਕੀ ਚੜਾਉਂਦੇ ਨੇ। ਗਿਆਨੇਸ਼ ਕੁਮਾਰ ਦੇ ਦਾ ਖੇਡਿਆ ਜਾਊਗਾ ਮੈਨੂੰ ਲੱਗਦਾ ਕਿ, ਤੇ ਸੁਖਬੀਰ ਸਿੰਘ ਸੰਧੂ ਦਾ ਨੰਬਰ ਮੈਨੂੰ ਲੱਗਦਾ ਕਿ ਹਜੇ ਨਹੀਂ ਪੈਂਦਾ। ਅਗਲੀ ਵਾਰ ਸ਼ਾਇਦ ਉਹ ਇਲੈਕਸ਼ਨ ਕਮਿਸ਼ਨਰ ਬਣ ਸਕਦੇ ਨੇ। ਜੀ, ਸੋ ਅਸੀਂ ਤਾਂ ਇਹੀ ਆਸ ਕਰਦੇ ਹਾਂ ਕਿ ਜਿਹੜੇ ਵੀ ਆਉਣ ਨਿਰਪੱਖ ਤਰੀਕੇ ਦੇ ਨਾਲ ਇੱਕ ਵਧੀਆ ਰੈਫਰੀ ਦੀ ਭੂਮਿਕਾ ਦੇ ਵਿੱਚ ਆਉਣ। ਉਹ ਰੈਫਰੀ ਜਿਹੜਾ ਕਿ ਬਰੋਬਰ ਖੇਡਣ ਦਾ ਮੌਕਾ ਦੇਵੇ। ਇਹ ਨਾ ਹੋਵੇ ਕਿ ਹੋਏ ਕੈਚ ਨੂੰ ਕਹਿ ਦਿਆ ਕਰੇ ਵੀ ਭਾਈ ਨਹੀਂ, ਬਾਲ ਤਾਂ ਥੱਲੇ ਲੱਗੀ ਹੈ। ਪਰ ਆਪਾਂ ਚੱਲਦੇ ਹਾਂ ਅੱਗੇ। ਜੀ ਬਿਲਕੁਲ ਗੁਰਪ੍ਰੀਤ, ਮੈਂ ਅਗਲੀ ਖਬਰ ਤੋਂ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਗੁਰਪ੍ਰੀਤ ਨੂੰ ਬਹੁਤ ਪਿਆਰ ਸੀਗਾ ਇਸ ਇਲੈਕਸ਼ਨ ਕਮਿਸ਼ਨਰ ਤੋਂ, ਰਾਜੀਵ ਕੁਮਾਰ ਤੋਂ,
ਕੋਈ ਜੀ ਵੀ ਗੱਲ ਹੁੰਦੀ ਸੀ ਗੁਰਪ੍ਰੀਤ ਜ਼ਰੂਰ ਕਮੈਂਟ ਕਰਦੇ ਸੀ ਇਸੇ ਕਰ ਤੇ ਗੁਰਪ੍ਰੀਤ ਨੇ ਜਿਹੜਾ ਇਹ ਕ੍ਰਿਕਟ ਵਾਲਾ ਐਗਜ਼ਾਮਪਲ ਵੀ ਦਿੱਤਾ ਕੈਚ ਵਾਲਾ, ਇਹ ਸਹੀ ਹਾਂ, ਦਿੱਤਾ ਹੈ। ਤੇ ਮੈਨੂੰ ਜੀ ਲੱਗਦਾ ਕਿ ਗੁਰਪ੍ਰੀਤ ਤੁਹਾਨੂੰ ਵੀ ਹੁਣ ਉਹਨਾਂ ਦੀ ਕਮੀ ਮਹਿਸੂਸ ਹੋਊਗੀ। ਜ਼ਰੂਰ ਖਲੂਗੀ, ਕਿਉਂਕਿ ਜਿਸ ਵਿਅਕਤੀ ਨੇ ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੋਵੇ ਉਸ 'ਚ ਦਮਗਜੇ ਮਾਰੇ ਹੋਣ ਵੱਡੇ ਵੱਡੇ ਕਿ ਅਸੀਂ ਇਸ ਤਰੀਕੇ ਦਾ ਪ੍ਰਬੰਧ ਕਰਾਂਗੇ, ਇਵੇਂ ਸਾਰਾ ਚੱਲੂਗਾ, ਪਰ ਅੰਤ ਨੂੰ ਆਉਂਦਿਆਂ ਉਹ ਸਾਰੇ ਜਿਹੜੇ ਵਾਅਦੇ ਉੱਥੇ ਕੀਤੇ ਗਏ, ਜਿਹੜੀਆਂ ਗੱਲਾਂ ਗੜਾਈਆਂ ਗਈਆਂ, ਟੈਕਨੋਕ੍ਰੇਟ ਹੁੰਦੇ ਨੇ ਨਾ ਇਹ ਲੋਕ, ਇਹਨਾਂ ਦੀ ਭੂਮਿਕਾ ਟੈਕਨੋਕ੍ਰੇਟ ਵਾਲੀ ਇੱਕ ਹੋ ਜਾਂਦੀ ਹੈ ਕਿ ਟੈਕਨੀਕਲ ਆਧਾਰ ਤੇ ਇਹਨਾਂ ਨੇ ਫੈਸਲੇ ਲੈਣੇ ਨੇ। ਪਰ ਜਦੋਂ ਟੈਕਨੀਕਲ ਆਧਾਰ ਵਾਲਾ ਵਿਅਕਤੀ ਵੀ ਬਿਆਨਬਾਜ਼ੀ ਇਹੋ ਜਿਹੀ ਕਰੂਗਾ ਇੱਕ ਪੋਲੀਟੀਸ਼ੀਅਨ ਵਾਲੀ, ਤੇ ਪੋਲੀਟੀਸ਼ੀਅਨ ਦੇ ਵਾਂਗ ਹੀ ਫਿਰ ਬਿਆਨਬਾਜ਼ੀ ਕਰਕੇ ਉਸ ਤੋਂ ਪਲਟ ਵੀ ਜਾਊਗਾ, ਤਾਂ ਦੁੱਖ ਤਾਂ ਹੁੰਦਾ ਹੈ, ਕਿਉਂਕਿ ਆਖਿਰਕਾਰ ਪ੍ਰਬੰਧ ਸਹੀ ਹੋਊਗਾ ਤਾਂ ਬਾਕੀ ਸਾਰਾ ਕੁਝ ਸਹੀ ਚੱਲੂਗਾ। ਅੱਗੇ ਚੱਲਦੇ ਹਾਂ, ਗੱਲ ਕਰਦੇ ਹਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾ ਦੀ। ਉਹਨਾਂ ਨੇ ਬੰਗਲੋ ਇੰਨਾ ਸ਼ਾਨਦਾਰ ਤਿਆਰ ਕਰਾਇਆ, ਤੁਸੀਂ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਉੱਥੇ ਰਹਿਣ ਹੀ ਨਹੀਂ ਦਿੱਤਾ। ਕਹਿੰਦੇ ਚਲੋ ਭਾਈ, ਉਹਨਾਂ ਨੇ ਫੈਸਲਾ ਕਰਤਾ ਕਿ ਤੁਸੀਂ ਕਹਿੰਦੇ ਸੀ ਨਾ ਵੀ ਹੁਣ ਦਿੱਲੀ ਵਾਲੇ ਫੈਸਲਾ ਕਰਨਗੇ ਕਿ ਮੇਰੀ ਇਮਾਨਦਾਰ ਹਾਂ ਮੈਂ ਜਾਂ ਨਹੀਂ ਆ, ਤੇ ਉਹਨਾਂ ਨੇ ਕਰਤਾ ਫੈਸਲਾ। ਪਰ ਚਲੋ ਪੋਲੀਟੀਸ਼ੀਅਨਾਂ ਨੇ ਕਿਹੜਾ ਮੰਨਣਾ ਹੁੰਦਾ ਵੀ ਜਿਹੜੀ ਅਸੀਂ ਗੱਲ ਕਹੀ ਸੀ ਕਿ ਤੁਸੀਂ ਸਾਬਤ ਕਰ ਦਿਓ ਕਿ ਅਸੀਂ ਇਮਾਨਦਾਰ ਹੈਗੇ ਜਾਂ ਨਹੀਂ, ਫੈਸਲਾ ਦੇਤਾ। ਤੇ ਗੱਲ ਕਰਨੀ ਸੀ ਬੰਗਲੇ ਦੀ, ਜਿੱਥੇ ਕਹਿੰਦੇ ਮਹਿੰਗੇ ਮਹਿੰਗੇ ਪਰਦੇ ਲੱਗੇ ਹੋਏ ਨੇ, ਟਾਇਲਟ ਸੀਟਸ ਵੀ ਬੜੀਆਂ ਮਹਿੰਗੀਆਂ ਨੇ, ਹੋਰ ਵੀ ਬਹੁਤ ਕੁਝ ਹੈ। ਸ਼ਾਇਦ ਕੈਗ ਦੀ ਰਿਪੋਰਟ ਵੀ ਬੀਤੇ ਦਿਨੀ ਆਈ ਸੀ, ਉਸ 'ਚ ਸ਼ਾਇਦ ਇਹਦਾ ਜ਼ਿਕਰ ਸੀ ਜਾਂ ਕੋਈ ਹੋਰ ਰਿਪੋਰਟ ਆਈ ਸੀ। ਤੇ ਹੁਣ ਇਹਦੀ ਜਾਂਚ ਖੁੱਲਣ ਜਾ ਰਹੀ ਹੈ, ਇਹਦੇ ਹੁਕਮ ਆ ਚੁੱਕੇ ਨੇ। ਇਹ ਜਾਂਚ ਹੁਣ ਕਿਵੇਂ ਦੀ ਹੋਊਗੀ ਜੀ, ਕੌਣ ਜਾਂਚ ਕਰ ਰਿਹਾ ਹੈ, ਕਿਸ ਨੇ ਹੁਕਮ ਦਿੱਤੇ ਨੇ, ਤੇ ਲੱਗਦਾ ਨਹੀਂ ਟਿੱਕੇ ਬਹਿਣ ਦੇਣਗੇ ਹੁਣ ਕੇਜਰੀਵਾਲ ਸਾਹਿਬ ਨੂੰ। ਹਾਂ, ਕੇਜਰੀਵਾਲ ਸਾਹਿਬ ਨੂੰ ਟਿੱਕੇ ਤਾਂ ਨਹੀਂ ਬਹਿਣ ਦਿੰਦੇ, ਤੇ ਇਸੇ ਕਰਕੇ ਇਹਨਾਂ ਤੇ ਇੱਕ ਰਿਪੋਰਟ ਆਈ ਸੀਗੀ CPWD, ਜਿਹੜਾ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਹੁੰਦਾ, ਉਹਦੀ ਰਿਪੋਰਟ ਆਈ ਸੀ। ਉਸ ਤੋਂ ਬਾਅਦ ਹੀ ਇਹਨਾਂ ਦੇ ਖਿਲਾਫ ਜਿਹੜਾ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਉਹਨੇ ਜਾਂਚ ਖੋਲ ਦਿੱਤੀ ਹੈ। ਤੇ ਹੁਣ ਇਹਨਾਂ ਦੇ ਇਸ ਜਿਹੜਾ 8 ਏਕੜ 'ਚ ਇਹਨਾਂ ਦਾ ਬੰਗਲਾ ਸੀਗਾ ਉਹਦੇ ਖਿਲਾਫ ਹੁਣ ਜਾਂਚ ਆਊਗੀ। ਬੀਜੇਪੀ ਲਗਾਤਾਰ ਇਹ ਆਰੋਪ ਲਾਉਂਦੀ ਰਹੀ ਹੈ ਕਿ ਇਹਨਾਂ ਨੇ ਜਿਹੜਾ 8 ਏਕੜ ਦਾ ਬੰਗਲਾ ਬਣਾਇਆ ਸੀਗਾ, ਰੈਨੋਵੇਟ ਕੀਤਾ ਸੀਗਾ, ਉਹਦੇ 'ਚ ਕਈ ਸਾਰੇ ਨਿਯਮ ਤੋੜੇ ਸੀਗੇ, ਕਈ ਸਾਰੇ ਨਿਯਮਾਂ ਦੀ ਧੱਜੀਆਂ ਉਡਾਈਆਂ ਸੀਗੀਆਂ। ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਅਮਾਊਂਟ ਲਗਾਤਾਰ ਬੀਜੇਪੀ ਵੱਲੋਂ ਬੋਲਿਆ ਗਿਆ, ਉਹ ਵੀ ਸਾਰਿਆਂ ਨੂੰ ਪਤਾ, 45 ਕਰੋੜ ਰੁਪਏ ਕਿਹਾ ਗਿਆ ਕਿ ਸ਼ੀਸ਼ ਮਹਿਲ ਤੇ ਇਹਨਾਂ ਨੇ 45 ਕਰੋੜ ਰੁਪਏ ਲਾਏ ਸੀਗੇ। ਜਿਵੇਂ ਤੁਸੀਂ ਦੱਸਿਆ, ਬੀਜੇਪੀ ਨੇ ਤਾਂ ਇਹਨਾਂ ਦੇ ਜਿਹੜੇ ਟਾਇਲਟ 'ਚ ਜਿਹੜੀ ਸੀਟ ਲੱਗੀ ਹੋਈ ਸੀ ਉਹ ਵੀ ਸੋਨੇ ਦੀ ਦਸਤੀ ਸੀਗੀ, ਤੇ ਇਹਨਾਂ ਉਹਨਾਂ ਦੇ ਪਿੱਛੇ ਪਏ ਹੋਏ ਸੀ। ਹੁਣ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਇਹ ਵੀ ਦਾਅਵਾ ਕਰ ਰਹੀ ਹੈ ਕਿ ਸਾਡਾ ਜੋ ਵੀ ਨਵਾਂ CM ਬਣੂਗਾ ਉਹ ਇਸ ਜੀ ਬੰਗਲੇ 'ਚ ਨਹੀਂ ਰਹੂਗਾ। ਤੇ ਮੈਨੂੰ ਜੀ ਲੱਗਦਾ ਕਿ ਇਸ ਬੰਗਲੇ ਦੇ ਆਧਾਰ ਤੇ ਹੀ ਉਹਨਾਂ ਨੂੰ ਟੰਗਣਗੇ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਜਦੋਂ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ, ਉਦੋਂ ਵੈਗਨਾਰ ਗੱਡੀ 'ਚ ਘੁੰਮਦੇ ਸੀਗੇ ਤੇ ਉਹਨਾਂ ਨੇ VIP ਕਲਚਰ ਨੂੰ ਖਾਸਾ ਭੰਡਿਆ ਸੀਗਾ। ਬਾਅਦ 'ਚ ਜਦੋਂ ਉਹ ਆਪ CM ਬਣੇ, ਉਸ ਤੋਂ ਬਾਅਦ ਤੁਸੀਂ ਦੇਖੋ ਆਪ ਹੀ ਉਹਨਾਂ ਤੇ VIP ਕਲਚਰ ਦਾ ਟੈਗ ਲੱਗ ਪਿਆ ਹੈ। ਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਹੀ ਉਹਨਾਂ ਨੂੰ ਹੁਣ ਔਖਾ ਹੋਊਗਾ, ਤੇ ਬੀਜੇਪੀ ਇਹਨੂੰ ਹੀ ਲਗਾਤਾਰ ਇੱਕ ਹਿਸਾਬ ਨਾਲ ਨਿਸ਼ਾਨ ਟਾਰਗੇਟ ਤੇ ਰੱਖੂਗੀ, ਤੇ ਲਗਾਤਾਰ ਕਹਿ ਵੀ ਰਹੀ ਹੈ ਕਿ ਇਹਨਾਂ ਨੇ 7 ਸਟਾਰ ਹੋਟਲ ਬਣਾਤਾ ਸੀਗਾ, 7 ਸਟਾਰ ਰਿਜ਼ੋਰਟ ਬਣਾਤਾ ਸੀਗਾ ਮੁੱਖ ਮੰਤਰੀ ਆਵਾਸ ਨੂੰ। ਇਹਦੇ ਤੇ ਲਗਾਤਾਰ ਬੀਜੇਪੀ ਟਾਰਗੇਟ ਕਰ ਰਹੀ ਹੈ। ਉਹਦਾ ਮਤਲਬ ਇਹਦੇ ਨਾਲ ਜੋੜ ਕੇ ਇੱਕ ਹੋਰ ਗੱਲ ਦੱਸ ਦੇਣਾ ਕਿ ਅੱਜ ਬੀਜੇਪੀ ਦੇ ਵਿਧਾਇਕਾਂ ਦੀ ਬੈਠਕ ਵੀ ਹੋਈ ਹੈ ਦਿੱਲੀ ਦੇ ਵਿੱਚ। ਉਹਦੇ 'ਚ 48 ਚੋਂ 9 ਨਾਮ ਏਦਾਂ ਦੇ ਫਾਈਨਲ ਕੀਤੇ ਗਏ ਹੈਗੇ ਜਿਹੜੇ ਕਿ CM ਦੀ ਰੇਸ 'ਚ ਹੈਗੇ ਆ। ਤੇ ਸ਼ਾਇਦ ਜਿਹੜੇ ਨਰਿੰਦਰ ਮੋਦੀ ਹੈਗਾ ਉਹ ਵਾਪਸ ਆ ਜਾਣਗੇ ਕੱਲ ਤੱਕ, ਤੇ ਸ਼ਾਇਦ ਉਹਨਾਂ ਦੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਡਿਸਾਈਡ ਹੋ ਜਾਊਗਾ ਕਿ ਮੁੱਖ ਮੰਤਰੀ ਕੌਣ ਬਣੂਗਾ ਦਿੱਲੀ ਦਾ। ਨਾ ਸਭ ਤੋਂ ਅੱਗੇ ਜਿਹੜਾ ਹੈਗਾ ਉਹ ਪ੍ਰਵੇਸ਼ ਵਰਮਾ ਦਾ ਹੀ ਚੱਲ ਰਿਹਾ। ਬਾਕੀ ਜਿਹੜੇ ਦਿੱਲੀ ਦੇ ਬੀਜੇਪੀ ਦੇ ਚੀਫ ਨੇ ਸਕਸੇਨਾ ਸਾਹਿਬ, ਉਹ ਵੀ ਖਾਸੀ ਸਚਦੇਵਾ ਸਾਹਿਬ, ਸੌਰੀ ਵਿਰੇਂਦਰ ਸਚਦੇਵਾ, ਉਹ ਵੀ ਖਾਸੀ ਉਮੀਦ ਲਾਏ ਬੈਠੇ ਨੇ ਕਿ ਉਹਨਾਂ ਦੀ ਵੀ ਦਾਲ ਗਲ ਸਕਦੀ ਹੈ। ਤੁਸੀਂ ਵੀ ਸਕਸੈਨਾ ਸਾਹਿਬ ਕਹਿ ਕੇ LG ਸਾਹਿਬ ਨੂੰ ਫੀਲਿੰਗ ਦੇ ਦਿੰਦੇ ਹੋ ਕਿ ਭਾਈ ਤੁਸੀਂ ਅਸਲੀ ਮੁੱਖ ਮੰਤਰੀ ਸੀ ਸੂਬੇ ਦੇ। ਪਰ ਆਪਾਂ ਅੱਗੇ ਚੱਲਦੇ ਹਾਂ, ਅਗਲੀ ਖਬਰ ਜੁੜੀ ਹੋਈ ਹੈ ਅਮਰੀਕਾ ਦੇ ਨਾਲ, ਅਵੈਧ ਤਰੀਕੇ ਦੇ ਨਾਲ ਜਿਨ੍ਹਾਂ ਨੇ। ਜੀ ਗੁਰਪ੍ਰੀਤ, ਆਪਾਂ ਇਹਦੇ 'ਚ ਇੱਕ ਹੋਰ ਅਪਡੇਟ ਹੈਗੀ ਆ ਦਿੱਲੀ ਜੀ ਦੇ ਪੋਲਿਟਿਕਸ ਨੂੰ ਲੈ ਕੇ। ਇੱਕ ਅਪਡੇਟ ਇਹ ਆਈ ਹੈ ਕਿ ਦਿੱਲੀ 'ਚ
3 ਪਾਰਸ਼ਦ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ, ਉਹ ਬੀਜੇਪੀ 'ਚ ਸ਼ਾਮਿਲ ਹੋਏ ਨੇ। ਉਹਨਾਂ ਨਾਲ ਹੋਰ ਵੀ ਕਈ ਆਗੂ ਸੀਗੇ ਆਮ ਆਦਮੀ ਪਾਰਟੀ ਦੇ, ਜਿਹੜੇ ਬੀਜੇਪੀ 'ਚ ਸ਼ਾਮਿਲ ਹੋਏ ਨੇ। ਇਸ ਕਰਕੇ ਨਾ ਦਿੱਲੀ 'ਚ ਜਿਹੜਾ ਐਮਸੀਡੀ ਹੈਗਾ, ਮੇਅਰ ਦਾ ਜਿਹੜਾ ਜਿੰਨਾ ਪ੍ਰੋਸੈਸ ਹੁੰਦਾ, ਉਹਦੇ 'ਚ 115 ਪਾਰਸ਼ਦ ਅੱਜ ਦੇ ਟਾਈਮ ਬੀਜੇਪੀ ਕੋਲ ਹੋ ਗਏ, 115 ਪਾਰਸ਼ਦ ਆਮ ਆਦਮੀ ਪਾਰਟੀ ਕੋਲ ਹੋ ਗਏ। ਤਾਂ ਇੱਕ ਹਿਸਾਬ ਨਾਲ ਟਾਈ ਦੀ ਸਥਿਤੀ ਉੱਥੇ ਬਣ ਗਈ ਹੈਗੀ ਆ। ਤੇ ਜੀ ਅਪ੍ਰੈਲ 'ਚ ਚੋਣ ਹੋਣ ਜਾ ਰਹੇ ਨੇ ਐਮਸੀਡੀ ਦੇ, ਮੇਅਰ ਦੇ ਚੋਣ ਹੋਣ ਜਾ ਰਹੇ ਨੇ। ਹਜੇ ਤੱਕ ਜਿਹੜੀ ਐਮਸੀਡੀ ਸੀਗੀ ਦਿੱਲੀ ਦੀ, ਉਹ ਆਮ ਆਦਮੀ ਪਾਰਟੀ ਕੋਲ ਸੀ। ਮੈਨੂੰ ਲੱਗ ਰਿਹਾ ਕਿ ਇਸ ਵਾਰ ਜਿਹੜੇ ਅਪ੍ਰੈਲ 'ਚ ਚੋਣ ਹੋਣਗੇ, ਉਸ 'ਚ ਬੀਜੇਪੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਐਮਸੀਡੀ ਤੋਂ ਵੀ ਸੱਤਾ 'ਚ ਬਾਹਰ ਕਰੂਗੀ। ਇਹ ਵੀ ਇੱਕ ਅਪਡੇਟ ਸੀਗੀ। ਤੇ ਹੋਰ ਵੀ ਬੀਜੇਪੀ ਨੇ ਦਾਅਵਾ ਕੀਤਾ ਕਿ 17 ਪਾਰਸ਼ਦ ਜਿਹੜੇ ਹੈਗੇ ਆ, 17 ਕਾਉਂਸਲਰ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ, ਉਹ ਬੀਜੇਪੀ ਵਿੱਚ ਆਉਣ ਨੂੰ ਫਿਰ ਰਹੇ ਨੇ। ਹੁਣ ਅੱਗੇ ਜੀ ਜੋ ਕੁਝ ਹੋਊਗਾ, ਉਹ ਵੀ ਆਪਾਂ ਨੂੰ ਲਗਾਤਾਰ ਨਜ਼ਰ ਬਣਾਏ ਰੱਖਾਂਗੇ ਆਪਾਂ ਉਹਦੇ ਤੇ। ਜੀ, ਹੌਲੀ-ਹੌਲੀ ਪੈਰ ਪਸਾਰ ਰਹੀ ਹੈ ਬੀਜੇਪੀ। ਕਹਿੰਦੇ 27 26 27 ਸਾਲ ਬਾਅਦ ਜੇ ਦਾ ਲੱਗਾ, ਹੁਣ ਪੂਰਾ ਹੀ ਲਾਉਨੇ ਆ। ਪਰ ਆਪਾਂ ਚੱਲਦੇ ਹਾਂ ਅੱਗੇ। ਅਮਰੀਕਾ ਤੋਂ ਕਹਿੰਦੇ 2 ਜਹਾਜ਼ ਹੋਰ ਉੱਡ ਰਹੇ ਨੇ। ਜਿਸ ਸਮੇਂ ਨਰਿੰਦਰ ਮੋਦੀ ਹੁਣੀ ਹਵਾ 'ਚ ਸੀ, ਉਸੇ ਸਮੇਂ ਉਹ ਜਹਾਜ਼ ਜਿਨ੍ਹਾਂ ਵਿੱਚ ਉਹ ਭਾਰਤੀ ਜਿਹੜੇ ਕਿ ਆਪਣੀ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਅਮਰੀਕਾ ਵੱਲ ਗਏ ਨੇ, ਉਹਨਾਂ ਨੂੰ ਵਾਪਸ ਮੋੜਿਆ ਜਾ ਰਿਹਾ, ਉਹ ਵੀ ਜਹਾਜ਼ ਹਵਾ 'ਚ ਸੀ। ਤੇ ਹੁਣ ਕਹਿੰਦੇ ਅੱਜ ਤਕਰੀਬਨ ਰਾਤ ਭਾਰਤੀ ਸਮੇਂ ਦੇ ਹਿਸਾਬ ਦੇ ਨਾਲ 10-11 ਵਜੇ ਤੱਕ ਜਹਾਜ਼ ਅੰਮ੍ਰਿਤਸਰ ਪਹੁੰਚ ਜਾਣਾ ਹੈ। ਸਾਡੇ ਵੀ ਸੀਐਮ ਸਾਹਿਬ ਕਾਫੀ ਕੱਲ ਦਗਮਗਜੇ ਮਾਰ ਰਹੇ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਹਾਲਾਂਕਿ ਉਹਨਾਂ ਨੇ ਦਮ ਦਿਖਾਇਆ ਇਸ ਗੱਲ ਤੇ ਕਿ ਕਹਿ ਰਹੇ ਨੇ ਕਿ ਘੱਟੋ ਘੱਟ ਤੁਸੀਂ ਇਹ ਤਾਂ ਦੱਸੋ ਕਿ ਕ੍ਰਾਈਟੇਰੀਆ ਕੀ ਹੈ ਇਸ ਨੂੰ ਅੰਮ੍ਰਿਤਸਰ ਦੇ ਵਿੱਚ ਉਤਾਰਨ ਦਾ। ਤੁਸੀਂ ਇੱਥੇ ਉਤਾਰ ਕੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹੋ। ਹਾਲਾਂਕਿ ਹੋਰ ਸਟੇਟਾਂ ਦੇ ਵੀ ਉਹ 'ਚ ਲੋਕ ਨੇ ਇਸ ਸਮੇਂ। ਤੇ ਇਸ ਤੇ ਜਰਾ ਚਾਨਣਾ ਪਾਓ ਕਿ ਇਹ ਜਿਹੜਾ ਹੁਣ ਜਹਾਜ਼ ਆ ਰਿਹਾ, 2 ਜਹਾਜ਼ ਆ ਰਹੇ ਨੇ, ਪ੍ਰਧਾਨ ਮੰਤਰੀ ਸਾਹਿਬ ਉੱਥੇ ਸੀ, ਇਹਨਾਂ ਨੇ ਕੋਈ ਮਾਰਿਆ ਹੋ ਗੱਲਬਾਤ ਨੂੰ, ਇਸ ਨੂੰ ਹੱਥ ਕੇ ਬਸ ਉਦਾਂ ਹੀ ਮੁੜੇ ਆਏ ਹੋਣਗੇ। ਵੈਸੇ ਵੀ ਦੱਸਿਆ ਇਹ ਜਾ ਰਿਹਾ ਕਿ ਹੇਠੀ ਕਰਵਾ ਕੇ ਵਾਪਸ ਆ ਰਹੇ ਨੇ, ਕੋਈ ਆਪਣਾ ਡਾਂਕਾ ਨਹੀਂ ਵਜਾ ਕੇ ਆਏ ਕੋਈ। ਨਹੀਂ, ਇਹ ਗੱਲ ਤਾਂ ਹੈਗੀ ਆ ਕਿ ਉਹਨਾਂ ਨੇ ਇੱਕ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਕਿੰਨਾ ਕੁ ਉਹਨਾਂ ਨੇ ਇੱਕ ਹਿਸਾਬ ਨਾਲ ਉਹਦੇ 'ਚ ਇੱਕ ਹਿਸਾਬ ਨਾਲ ਆਪਣੇ ਆਪ ਨੂੰ ਪੁਸ਼ ਕੀਤਾ ਹੈਗਾ ਲੜਨ ਵਾਸਤੇ, ਉਹ ਇੱਕ ਅੱਡ ਗੱਲ ਹੈਗੀ ਆ। ਉਹ ਸਿਰਫ ਆਪਾਂ ਨੂੰ ਪਤਾ ਹੈ ਕਿ ਪੰਜਾਬ 'ਚ ਇੱਕ ਇਸ਼ੂ ਸੀਗਾ, ਇਸ਼ੂ ਬਣ ਰਿਹਾ ਸੀ, ਪਾਪੂਲਰ ਸਟੈਂਡ ਬਣ ਰਿਹਾ ਸੀ, ਤੇ ਪਾਪੂਲਰ ਗੱਲ ਨੂੰ ਬੋਲਣ ਵਾਸਤੇ ਹੀ ਉਹਨਾਂ ਨੇ, ਮੈਨੂੰ ਲੱਗਦਾ ਕਿ ਉਹ ਪ੍ਰੈਸ ਕਾਨਫਰੰਸ ਕੀਤੀ ਸੀਗੀ। ਬੀਜੇਪੀ ਵਾਲਿਆਂ ਨੇ ਤੇ ਉਹਨਾਂ ਦਾ ਮਖੌਲ ਉਡਾਇਆ। ਬੀਜੇਪੀ ਵਾਲੇ ਕਹਿ ਰਹੇ ਸੀਗੇ ਕਿ ਅਮਰੀਕਾ ਤੋਂ ਜਦੋਂ ਕੋਈ ਵੀ ਜਹਾਜ਼ ਆਉਂਦਾ ਤਾਂ ਸਭ ਤੋਂ ਨੇੜੇ ਜਿਹੜਾ 에ਅਰਪੋਰਟ ਪੈਂਦਾ ਹੈਗਾ, ਉਹ ਅੰਮ੍ਰਿਤਸਰ ਪੈਂਦਾ ਹੈਗਾ। ਉਹਦਾ ਜਵਾਬ ਇਹ ਵੀ ਬਣਦਾ ਗਾ ਕਿ ਫਿਰ ਤੁਸੀਂ ਅੰਮ੍ਰਿਤਸਰ ਤੋਂ ਹੀ ਅਮਰੀਕਾ ਜਾਂ ਕੈਨੇਡਾ ਦੀਆਂ ਫਲਾਈਟਾਂ ਕਿਉਂ ਨਹੀਂ ਚਲਾਉਂਦੇ ਸਿੱਧੀ? ਉਹ ਪੰਜਾਬ ਵਾਲਿਆਂ ਨੂੰ ਦਿੱਲੀ ਕਿਉਂ ਜਾਣਾ ਪੈਂਦਾ ਹੈ ਉਸਦੇ ਵਾਸਤੇ? ਜੇ ਬਾਈ ਜੇ ਨਜ਼ਦੀਕੀ ਵਾਲਾ ਹੀ ਤੁਸੀਂ ਐਂਗਲ ਦੇਖਣਾ ਗਾ, ਤੇ ਫਿਰ ਤਾਂ ਜਿੰਨੇ ਵੀ ਜਹਾਜ਼ ਉੜਦੇ ਨੇ ਕੈਨੇਡਾ ਅਮਰੀਕਾ ਵਾਸਤੇ, ਫਿਰ ਤਾਂ ਉਹ ਅੰਮ੍ਰਿਤਸਰ ਤੋਂ ਉੜਨੇ ਚਾਹੀਦੇ। ਪਰ ਜੀ ਖੈਰ, ਜੀ ਇਹ ਤਾਂ ਸਟੇਟਮੈਂਟ ਵਾਲੀਆਂ ਹੀ ਗੱਲਾਂ ਨੇ। ਹਾਲਾਂਕਿ ਸੀਐਮ ਸਾਹਿਬ ਨਾਲ ਜਿਹੜੇ ਅਕਾਲੀ ਦਲ ਦੇ ਆਗੂ ਹੈਗੇ ਆ ਤੇ ਕਾਂਗਰਸ ਦੇ ਆਗੂ ਹੈਗੇ ਆ, ਉਹਨਾਂ ਨੇ ਉਹਨਾਂ ਦੇ ਹੱਕ 'ਚ ਬਿਆਨ ਦਿੱਤੇ ਨੇ। ਉਹਨਾਂ ਨੇ ਵੀ ਕਿਹਾ ਕਿ ਪੰਜਾਬ 'ਚ ਨਹੀਂ ਤਾਰਨਾ ਚਾਹੀਦਾ, ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇੱਕ ਇਹ ਮੋਟੀ ਗੱਲ ਗੁਰਪ੍ਰੀਤ, ਸ਼ਾਇਦ ਤੁਸੀਂ ਸਭ ਤੋਂ ਪਹਿਲਾਂ ਬੋਲਣੀ ਸ਼ੁਰੂ ਕੀਤੀ ਸੀਗੀ ਕਿ ਇਹ ਜਿਹੜਾ ਉਹ ਮਿਲਟਰੀ ਪਲੇਨ ਪਹਿਲਾਂ ਵਾਲਾ ਤਾਰਿਆ ਗਿਆ, ਉਹ ਕਿਉਂ ਪੰਜਾਬ 'ਚ ਤਾਰਿਆ ਜਾ ਰਿਹਾ? ਪੰਜਾਬ 'ਚ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਤੁਸੀਂ ਕਾਊਂਟਿੰਗ ਵੀ ਸਭ ਤੋਂ ਪਹਿਲਾਂ ਹੀ ਮਾਰ ਦਿੱਤੀ ਸੀਗੀ। ਉਸ ਟਾਈਮ ਵੀ ਦੱਸਿਆ ਸੀਗਾ ਕਿ ਹਰਿਆਣਾ ਤੇ ਗੁਜਰਾਤ ਦੇ ਜਿਹੜੇ ਮੁੰਡੇ ਸੀਗੇ ਉਸ 'ਚ ਪਹਿਲੇ ਵਾਲੇ ਪਲੇਨ 'ਚ, ਉਹ ਜ਼ਿਆਦੇ ਸੀਗੇ, ਫਿਰ ਵੀ ਪੰਜਾਬ 'ਚ ਕਿਉਂ ਉਤਾਰਿਆ ਗਿਆ? ਅੱਜ ਦੇ ਟਾਈਮ ਜੇ ਆਪਾਂ ਗੱਲ ਕਰੀਏ, ਉਹ ਸਾਰੇ ਹੀ ਪੰਜਾਬੀਆਂ ਦੇ ਮੂੰਹ ਤੇ ਰੱਖੀ ਹੋਈ ਹੈ। ਸਾਰੇ ਪੰਜਾਬੀ ਇਹ ਫੀਲ ਕਰਦੇ ਨੇ ਕਿ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਬਾਰ-ਬਾਰ ਜਿਹੜੇ ਪਲੇਨ ਨੇ ਇਹ ਅੰਮ੍ਰਿਤਸਰ 'ਚ ਉਤਾਰੇ ਜਾ ਰਹੇ ਨੇ। ਤੇ ਇਹਦੇ 'ਚ ਇੱਕ ਗੱਲ ਹੋਰ ਤੁਸੀਂ ਨੋਟ ਕਰੋ ਕਿ ਇਸ ਵਾਰ ਆਪਾਂ ਨੂੰ ਕਿਹੜੇ ਇਹ ਨਹੀਂ ਪਤਾ ਕਿ ਕਿਹੜੇ ਪਲੇਨ 'ਚ ਬੱਚੇ ਹੈਗੇ ਆ ਉਹ ਵਾਪਸ ਜੀ ਇੰਡੀਆ ਆ ਜੀ ਰਹੇ ਨੇ। ਹਜੇ ਉਹ ਡਿਟੇਲ ਨਹੀਂ ਸ਼ੇਅਰ ਕੀਤੀ ਗਈ, ਨਾ ਹੀ ਕੋਈ ਵਿਜ਼ੂਅਲਸ ਹਜੇ ਤੱਕ ਆਪਾਂ ਨੂੰ ਮਿਲੇ ਨੇ। ਤੇ ਇਸ ਵਾਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਚੌਕਸੀ ਨਾਲ ਕੰਮ ਹੋ ਰਿਹਾ ਹੈ, ਤੇ ਹਜੇ ਤੱਕ ਜਿਹੜੀ ਲਿਸਟ ਹੈਗੀ ਆ ਉਹ ਵੀ ਵਾਇਰਲ ਨਹੀਂ ਹੋ ਰਹੀ ਜਿਸ ਹਿਸਾਬ ਨਾਲ ਪਿਛਲੀ ਵਾਰ ਵਾਇਰਲ ਹੋਈ ਸੀਗੀ। ਇਸ ਵਾਰ ਸਿਰਫ ਔਰ ਸਿਰਫ ਆਪਾਂ ਨੂੰ ਇਹ ਪਤਾ ਲੱਗਿਆ ਕਿ ਕਿੰਨੇ ਬੰਦੇ ਕਿਹੜੇ ਸਟੇਟ ਤੋਂ ਹੈਗੇ ਆ, ਤੇ ਟੋਟਲ ਨੰਬਰ ਪਤਾ ਲੱਗਿਆ। ਇਸ ਤੋਂ ਇਲਾਵਾ ਤਾਂ ਆਪਾਂ ਨੂੰ ਕੋਈ ਹੋਰ ਡਿਟੇਲ ਨਹੀਂ ਮਿਲੀ ਹੈਗੀ ਆ। ਬਾਕੀ ਇੱਕ ਵਾਰ ਆ ਜਾਊਗਾ ਜਹਾਜ਼, ਉਦੋਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਕੀ ਚੀਜ਼ਾਂ ਰਹਿਣਗੀਆਂ, ਤੇ ਕਿਹੜੇ-ਕਿਹੜੇ ਬੰਦੇ ਹੈਗੇ ਆ ਤੇ ਕਿਸ ਹਿਸਾਬ ਦੇ ਚੀਜ਼ਾਂ ਨੇ। ਇੱਕ ਮੈਂ ਇਹਦੇ 'ਚ ਬਸ ਇੱਕ ਕੇਸ ਸਟੱਡੀ ਸ਼ੇਅਰ ਕਰਨਾ ਚਾਹਾਂਗਾ। ਫਤਿਹਗੜ੍ਹ ਜੀ ਸਾਹਿਬ ਦਾ ਇੱਕ ਮੁੰਡਾ ਸੀਗਾ ਜਿਹੜਾ ਕਿ ਮੈਕਸੀਕੋ ਬਾਰਡਰ ਤੋਂ ਅਮਰੀਕਾ ਡੰਕੀ ਮਾਰ ਰਿਹਾ ਸੀਗਾ, ਤੇ ਪਿਛਲੇ ਸਾਲ ਦੀ ਗੱਲ ਹੈ। ਪਰ ਪਿਛਲੇ ਸਾਲ ਉਹ ਨਿਕਲਿਆ ਸੀਗਾ ਘਰੋਂ, ਤੇ 72 ਦਿਨਾਂ
ਦੇ ਅੰਦਰ ਉਹਨੇ ਸਾਰਾ ਪ੍ਰੋਸੈਸ ਪੂਰਾ ਕੀਤਾ। ਉਸ ਤੋਂ ਬਾਅਦ ਉਹ ਫੜਿਆ ਗਿਆ ਤੇ ਹੁਣ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੈਗਾ। 40 ਲੱਖ ਰੁਪਏ ਦੇ ਕੇ ਉਹ ਏਜੰਟਾਂ ਨੂੰ ਉਹ ਉੱਥੇ ਗਿਆ ਸੀਗਾ ਤੇ ਉਹਨੇ ਆਪਣੇ ਗਹਿਣੇ ਵੀ ਗਿਰਵੀ ਰੱਖੇ ਹੋਏ ਸੀ, ਘਰ ਵੀ ਉਹਨੇ ਵੇਚਤਾ ਸੀਗਾ ਤੇ ਅੱਜ ਦੇ ਟਾਈਮ ਉਹ ਬਹੁਤ ਵੱਡੇ ਕ੍ਰਾਈਸਿਸ 'ਚ ਹੈਗਾ ਤੇ ਇਸ ਕਿਸਮ ਦੇ ਤੇ ਉਹਦਾ ਜਿਹੜਾ ਜੱਦੀ ਘਰ ਹੈਗਾ ਉਹ ਵੀ ਗਿਰਵੀ ਰੱਖਿਆ ਹੋਇਆ ਤੇ ਉਹਨੇ ਜਿੰਨੀ ਕਮਾਈ ਸੀਗੀ ਆਪਣੇ ਮਾਪਿਆਂ ਦੀ, ਖੁਦ ਦੀ, ਉਹ ਸਾਰੀ ਹੀ ਦਾਅ ਤੇ ਲਾ ਕੇ ਉਹ ਗਿਆ ਸੀਗਾ। ਮੈਂ ਇੱਕ ਕੇਸ ਸਟੱਡੀ ਇਸ ਕਰਕੇ ਦੱਸਣਾ ਚਾਹ ਰਿਹਾ ਸੀਗਾ ਕਿ ਸਾਰੇ ਹੀ ਮੁੰਡੇ ਏਦਾਂ ਦੇ ਹੈਗੇ ਆ ਜਿਹੜੇ ਕਿ ਡਿਪੋਰਟ ਹੋ ਰਹੇ ਨੇ। ਉਹਨਾਂ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਠੋਸ ਕਦਮ ਉਠਾਊਗੀ। ਹੁਣ ਉਠਾਉਣੇ ਚਾਹੀਦੇ, ਉਹਨਾਂ ਨੂੰ ਕਿਵੇਂ ਰੀਹੈਬਿਲਿਟੇਟ ਕੀਤਾ ਜਾਵੇ। ਜਿਵੇਂ ਪਹਿਲਾਂ ਵੀ ਆਪਾਂ ਆਪਣੇ ਬੁਲੇਟਿਨ 'ਚ ਬੋਲਦੇ ਰਹੇ ਹਾਂ ਕਿ ਉਹ 2 ਥਾਵਾਂ ਤੋਂ ਰਿਜੈਕਟਡ ਲੋਕ ਨੇ। ਪਹਿਲਾਂ ਇੰਡੀਆ ਨੇ ਉਹਨਾਂ ਨੂੰ ਰਿਜੈਕਟ ਕੀਤਾ ਸੀਗਾ, ਇੰਡੀਅਨ ਸੋਸਾਇਟੀ ਨੇ, ਇੰਡੀਅਨ ਗਵਰਨਮੈਂਟ ਨੇ। ਹੁਣ ਅਮਰੀਕਾ ਨੇ ਵੀ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਹੈਗਾ ਤੇ ਮੈਨੂੰ ਲੱਗਦਾ ਕਿ ਉਹਨਾਂ ਵਾਸਤੇ ਇੱਕ ਠੋਸ ਨੀਤੀ ਬਣਾ ਕੇ ਉਹਨਾਂ ਦਾ ਜਿਹੜਾ ਰੀਹੈਬਿਲਿਟੇਸ਼ਨ ਪ੍ਰੋਗਰਾਮ ਹੈ ਉਹ ਬਣਾਇਆ ਜਾਣਾ ਚਾਹੀਦਾ ਤਾਂ ਕਿ ਉਹ ਏਦਾਂ ਦੇ ਕੰਮਾਂ ਵੱਲ ਨਾ ਵਧਣ ਜਿਹਦੇ ਕਰਕੇ ਉਹ ਸੁਸਾਈਡ ਹੋ ਗਿਆ, ਡਿਪਰੈਸ਼ਨ ਹੋ ਗਿਆ ਜਾਂ ਫਿਰ ਘਰ ਤੋਂ ਭੱਜਣ ਵਾਲੇ ਜਿੰਨੇ ਕੇਸ ਹੋ ਗਏ, ਇਹਨਾਂ ਚੀਜ਼ਾਂ ਵੱਲ ਨਾ ਵਧਣ ਬਲਕਿ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸਟਾਰਟ ਕਰ ਸਕਣ। ਇਸ ਵਾਸਤੇ ਸਰਕਾਰ ਨੂੰ ਹੱਥ ਪੈਰ ਮਾਰਨੇ ਚਾਹੀਦੇ। ਜੀ, ਹੱਥ ਪੈਰ ਤਾਂ ਜ਼ਰੂਰ ਮਾਰਨੇ ਚਾਹੀਦੇ ਨੇ। ਸਿਰਫ ਤੇ ਸਿਰਫ ਗੱਲਾਂ ਕਰਕੇ ਸਾਰ ਦੇਣ ਨਾਲ ਕੁਝ ਨਹੀਂ ਹੋਣ ਵਾਲਾ, ਕਿਉਂਕਿ ਇਹਨਾਂ ਨੂੰ ਹੋਰ ਵੀ ਜ਼ਿਆਦਾ ਧਿਆਨ ਦੇਣ ਦੀ ਇਹਨਾਂ ਤੇ ਲੋੜ ਹੈ, ਕਿਉਂਕਿ ਗਲਤ ਪਾਸੇ ਰਾਹ ਤੇ ਪੈ ਰਹੇ ਨੇ ਬੱਚੇ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਮੈਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ 1-2 ਬੱਚੇ ਤਾਂ ਗਾਇਬ ਹੋ ਗਏ ਘਰੋਂ। ਪਰ ਆਪਾਂ ਅੱਗੇ ਚੱਲਦੇ ਹਾਂ। ਕੱਲ ਕਿਸਾਨਾਂ ਦੀ ਆਖਿਰਕਾਰ ਮੀਟਿੰਗ ਹੋਈ, ਪ੍ਰਹਲਾਦ ਜੋਸ਼ੀ ਹੋਣੀ ਸੈਂਟਰ ਤੋਂ ਆਏ ਹੋਏ ਸੀ ਤੇ ਗੱਲਬਾਤ ਕਹਿੰਦੇ 5:30 ਸ਼ੁਰੂ ਹੋਈ ਤੇ 8:30 ਵਜੇ ਤੱਕ ਚੱਲੀ ਹੈ। ਇਹਦੇ ਚੋਂ ਕੁਝ ਕੱਢਣ ਪਾਉਣ ਨੂੰ ਹੈਗਾ, ਕਿਉਂਕਿ ਆਖਰ ਤੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਚ ਵੀ ਤਕਰੀਬਨ ਮੈਨੂੰ ਤਾਂ ਇਹ ਦੇਖਣ ਨੂੰ ਮਿਲਿਆ ਕਿ ਕ੍ਰੈਡਿਟ ਵਾਰ ਜੀ ਚੱਲ ਰਹੀ ਸੀ ਕਿ ਪਹਿਲਾਂ ਕੌਣ ਬੋਲੂਗਾ, ਕਿੱਦਾਂ ਸਾਰਾ ਹੋਊਗਾ, ਕੀ ਕੁਝ ਬਣਿਆ ਹੈ। ਅਗਲੀ ਮੀਟਿੰਗ ਵੀ ਕੋਈ ਦਿੱਤੀ ਗਈ ਹੈ ਇਹਨਾਂ ਨੂੰ? ਹਾਂ, ਅਗਲੀ ਮੀਟਿੰਗ ਦਿੱਤੀ ਗਈ ਹੈਗੀ ਆ। 22 ਫਰਵਰੀ ਨੂੰ ਅਗਲੀ ਮੀਟਿੰਗ ਹੋ ਰਹੀ ਹੈ ਤੇ ਜਦੋਂ ਮੀਟਿੰਗ ਚੱਲ ਰਹੀ ਸੀ ਉਦੋਂ ਹੀ ਆਪਾਂ ਬੁਲੇਟਿਨ ਵੀ ਰਿਕਾਰਡ ਕਰ ਰਹੇ ਸੀ। ਮੈਂ ਉਸ ਜਗ੍ਹਾ ਤੇ ਜਾ ਕੇ ਆਇਆ ਸੀਗਾ ਤੇ ਮੈਂ ਦੱਸਿਆ ਸੀਗਾ ਕਿ ਉਸ ਟਾਈਮ ਹੀ ਮੈਂ ਦੱਸਤਾ ਸੀਗਾ ਕਿ ਮੀਟਿੰਗ 'ਚ ਕੋਈ ਗੱਲ ਨਹੀਂ ਬਣੀ। ਮੈਨੂੰ ਅੰਦਰੋਂ ਮੀਟਿੰਗ ਤੇ ਅੰਦਰ ਜਿਹੜੇ ਆਗੂ ਬੈਠੇ ਸੀਗੇ ਉਹਨਾਂ ਨਾਲ ਮੇਰੀ WhatsApp ਤੇ ਗੱਲਬਾਤ ਹੋ ਰਹੀ ਸੀ। ਉਹ ਕਹਿ ਰਹੇ ਸੀ ਕਿ ਕੋਈ ਠੋਸ ਜਿਹੜੀ ਗੱਲਬਾਤ ਉਹ ਨਹੀਂ ਹੋ ਰਹੀ। ਜਿਹੜੇ ਮੰਤਰੀ ਆਏ ਸੀਗੇ ਪ੍ਰਹਲਾਦ ਜੋਸ਼ੀ ਹੋਣੀ, ਉਹਨਾਂ ਨੇ ਸਿਰਫ ਕਿਸਾਨਾਂ ਦੀ ਗੱਲ ਬਹਿ ਕੇ ਚੁੱਪਚਾਪ ਸੁਣੀ ਤੇ ਜਦੋਂ ਕਿਸਾਨ ਡੇਟਾ ਵਗੈਰਾ ਕੋਟ ਕਰ ਰਹੇ ਸੀ, ਇਹ ਕਹਿ ਰਹੇ ਸੀ ਕਿ MSP ਗਰੰਟੀ ਕਾਨੂੰਨ ਦੇਣਾ ਕੋਈ ਔਖਾ ਨਹੀਂ ਸਰਕਾਰ ਵਾਸਤੇ ਤੇ ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿੰਨਾ ਵੀ ਡੇਟਾ ਹੈਗਾ ਉਹ ਸਾਨੂੰ ਦੇ ਦਿਓ ਤੇ ਉਹ ਕਿਸਾਨਾਂ ਨੇ ਫਿਰ ਉਹਨਾਂ ਨੂੰ ਦਿੱਤਾ। ਤੇ ਇਸ ਤੋਂ ਇਲਾਵਾ ਪ੍ਰਹਲਾਦ ਜੋਸ਼ੀ ਨੇ ਇੱਕ ਵਾਰ ਏਦਾਂ ਦਾ ਇੱਕ ਹਿਸਾਬ ਨਾਲ ਮਾਹੌਲ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੇ ਆਪਾਂ MSP ਗਰੰਟੀ ਕਾਨੂੰਨ ਦਿੰਦੇ ਆ ਤਾਂ ਆਪਾਂ ਨੂੰ ਇੰਨੇ ਬਹੁਤ ਵੱਡਾ ਬਰਡਨ ਜਿਹੜਾ ਹੈ ਇੰਡੀਅਨ ਬਜਟ ਤੇ ਪਊਗਾ, ਯੂਨੀਅਨ ਬਜਟ ਤੇ ਪਊਗਾ। ਉਸ ਬਾਰੇ ਉਹਨਾਂ ਨੇ ਗੱਲ ਕਹਿਣ ਦੀ ਕੋਸ਼ਿਸ਼ ਕੀਤੀ। ਉਹਨੂੰ ਮੌਕੇ ਤੇ ਹੀ ਜਿਹੜੇ ਕਿਸਾਨ ਆਗੂ ਸੀਗੇ ਉਹਨਾਂ ਨੇ ਕੱਟਤਾ ਸੀਗਾ ਤੇ ਜੀ ਆਪਾਂ ਨੂੰ ਪਤਾ ਹੀ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਦੇ ਮੁੰਡੇ ਦੀ ਰਿਸੈਪਸ਼ਨ ਸੀਗੀ ਕੱਲ ਤੇ ਆਪਾਂ ਨੂੰ ਸਮਝ ਆ ਗਿਆ ਸੀਗਾ ਕਿ ਕੋਈ ਸਿੱਟਾ ਨਹੀਂ ਨਿਕਲਣ ਵਾਲਾ। ਹੁਣ 22 ਫਰਵਰੀ ਦੀ ਡੇਟ ਫਾਈਨਲ ਹੋਈ ਹੈ ਜਿਹਦੇ 'ਚ ਸ਼ਿਵਰਾਜ ਸਿੰਘ ਚੌਹਾਨ ਖੇਤੀਬਾੜੀ ਮੰਤਰੀ ਹੈਗੇ ਆ, ਉਹ ਵੀ ਸ਼ਾਮਿਲ ਰਹਿਣਗੇ ਤੇ ਮੈਨੂੰ ਲੱਗਦਾ ਕਿ ਉਸ 'ਚ 1-2 ਹੋਰ ਮੰਤਰੀ ਵੀ ਸ਼ਾਮਿਲ ਰਹਿਣਗੇ। ਖਾਲੀ ਸ਼ਿਵਰਾਜ ਸਿੰਘ ਚੌਹਾਨ ਹੋਰੀ ਨਹੀਂ, ਮਤਲਬ ਮੈਨੂੰ ਲੱਗਦਾ ਕਿ 3 ਮੰਤਰੀ ਆਣਗੇ। ਸ਼ਿਵਰਾਜ ਸਿੰਘ ਚੌਹਾਨ ਸਾਹਿਬ ਤਾਂ ਹੋਣਗੇ ਹੀ ਹੋਣਗੇ, 2 ਮੰਤਰੀ ਹੋਣਗੇ ਕੇਂਦਰ ਸਰਕਾਰ ਦੇ ਤੇ 22 ਫਰਵਰੀ ਦੀ ਮੀਟਿੰਗ ਅਹਿਮ ਹੋਣ ਵਾਲੀ ਹੈ। ਹਾਲਾਂਕਿ ਜਿਹੜੇ ਕਿਸਾਨ ਆਗੂ ਉਹਨਾਂ ਨੇ ਬਾਹਰ ਆ ਕੇ ਇਹ ਸਟੇਟਮੈਂਟ ਦਿੱਤੀ ਕਿ ਸਾਡੀ ਮੀਟਿੰਗ ਪੋਜ਼ਿਟਿਵ ਰਹੀ ਹੈ। ਕਿਸਾਨ ਆਗੂਆਂ ਨੇ ਇਹ ਕਿਹਾ ਕਿ ਸਾਡੀ ਗੱਲਬਾਤ ਸੁਣੀ ਗਈ ਹੈ। ਹੁਣ 22 ਜੀ ਫਰਵਰੀ ਨੂੰ ਦੇਖਾਂਗੇ ਕਿ ਸਾਡੀ ਮੀਟਿੰਗ ਦਾ ਕੀ ਸਿੱਟਾ ਨਿਕਲ ਕੇ ਆਉਂਦਾ ਹੈ। 22 ਫਰਵਰੀ ਦੀ ਜਿਹੜੀ ਬੈਠਕ ਹੈ ਉਹ ਅਹਿਮ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ 1-2 ਚੀਜ਼ਾਂ ਹੋਰ ਨੇ, ਜਿਵੇਂ ਜਿੰਨੀ ਗੱਲ ਅੰਦਰਲੀ ਮੈਨੂੰ ਪਤਾ ਲੱਗੀ ਹੈ ਉਹ ਇਹ ਪਤਾ ਲੱਗੀ ਹੈ ਕਿ ਜਿਹੜਾ MSP ਗਰੰਟੀ ਕਾਨੂੰਨ ਵਾਲਾ ਜਿਹੜਾ ਸਵਾਲ ਹੈ ਉਹਦੇ ਤੇ ਇਸ ਟਾਈਮ ਬੀਜੇਪੀ ਅਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਸੀਰੀਅਸਲੀ ਸੋਚ ਰਹੀ ਹੈ, ਵਿਚਾਰ ਕਰ ਰਹੀ ਹੈ, ਪਰ ਉਹਨਾਂ ਨੂੰ ਕਾਰਪੋਰੇਟ ਦਾ ਖਾਸਾ ਦਬਾਅ ਹੈਗਾ ਤੇ ਹੁਣ ਜਿਹੜਾ ਸਾਰਾ ਜੋ ਕੁਝ ਚੱਲ ਰਿਹਾ, ਜਿਸ ਹਿਸਾਬ ਦੀ ਮਾਰਕੀਟ ਚੱਲ ਰਹੀ ਹੈ ਉਸ ਹਿਸਾਬ ਨਾਲ ਵੀ ਉਹਨਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਜਿਵੇਂ ਜੇ ਮੈਂ ਹੁਣੇ ਇੱਕ ਐਗਜ਼ਾਮਪਲ ਦੇਣੀ ਹੋਵੇ, ਇੰਟਰਨੈਸ਼ਨਲੀ
ਟਰੰਪ ਦੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਹਿੱਲ ਰਹੀਆਂ ਨੇ। ਟ੍ਰੇਡ ਜਿਹੜੀ ਵੋਰ ਹੈ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਸ਼ੁਰੂ। ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਗਏ ਸੀ, ਉੱਥੇ ਰੈਸੀਪ੍ਰੋਕਲ ਜਿਹੜੇ ਟੈਰਿਫ ਹੈਗੇ ਆ ਉਹ ਟਰੰਪ ਸਾਹਿਬ ਹੁਣੀ ਅਨਾਉਂਸ ਕਰਦੇ ਨੇ। ਇੱਕ ਐਗਜ਼ਾਮਪਲ ਅਮਰੀਕਨ ਮੀਡੀਆ 'ਚ ਲਗਾਤਾਰ ਸਰਕੂਲੇਟ ਵੀ ਕੀਤਾ ਜਾਂਦਾ ਹੈਗਾ ਕਿ ਜਦੋਂ ਅਮਰੀਕਨ ਆਪਣੀ ਹਾਰਲੇ ਡੇਵਿਡਸਨ ਮੋਟਰਸਾਈਕਲ ਇੱਥੇ ਵੇਚਣ ਆਉਂਦੇ ਸੀਗੇ ਤੇ ਉੱਥੇ ਉਸ ਤੇ 100% ਜਿਹੜਾ ਹੈਗਾ ਉਹ ਟੈਕਸ ਉਹਨਾਂ ਨੂੰ ਦੇਣਾ ਪੈਂਦਾ ਸੀਗਾ, ਟੈਰਿਫ ਲੱਗਦਾ ਸੀਗਾ 100%। ਤੇ ਜਦੋਂ ਇੰਡੀਅਨ ਪ੍ਰੋਡਕਟ ਅਮਰੀਕਨ ਮਾਰਕੀਟ 'ਚ ਜਾਂਦੇ ਨੇ ਵਿਕਣ ਵਾਸਤੇ ਤੇ ਉਹਨਾਂ ਤੇ ਸਿਰਫ 4% ਦਾ ਟੈਰਿਫ ਲੱਗਦਾ ਹੈਗਾ। ਤੇ ਹੁਣ ਰੈਸੀਪ੍ਰੋਕਲ ਟੈਰਿਫ ਨਾਲ ਹੋਊਗਾ ਇਹ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਕਿਉਂਕਿ ਏਸ਼ੀਅਨ ਕੰਟਰੀਜ਼ ਤੋਂ ਜਿਹੜੀਆਂ ਚੀਜ਼ਾਂ ਉੱਥੇ ਜਾਂਦੀਆਂ ਨੇ ਵਿਕਣ ਵਾਸਤੇ ਉਹ ਸਸਤੀਆਂ ਵੀ ਤਾਂ ਹੁੰਦੀਆਂ ਨੇ ਨਾ। ਜੇ ਉੱਥੇ 100% ਟੈਰਿਫ ਲਾ ਦੇਣਗੇ ਤੇ ਅਮਰੀਕਾ 'ਚ ਵੀ ਮਹਿੰਗਾਈ ਵਧੂਗੀ ਤੇ ਇੰਡੀਆ ਦੇ ਜੀ ਵਿੱਚ ਵੀ ਖਾਸੀਆਂ ਦਿੱਕਤਾਂ ਆਉਣਗੀਆਂ। ਤੇ ਜਿਹੜੇ ਹੋਰ ਵੀ ਕਈ ਕੰਟਰੀਆਂ ਤੇ ਟਰੰਪ ਨੇ ਜਿਹੜੇ ਟੈਰਿਫ ਅਨਾਉਂਸ ਕੀਤੇ ਸੀ ਉਹਨਾਂ ਦਾ ਅਸਰ ਇੰਡੀਆ ਤੇ ਜ਼ਿਆਦਾ ਪਊਗਾ, ਕਿਉਂਕਿ ਇੰਡੀਆ ਇੱਕ ਵੱਡੀ ਮਾਰਕੀਟ ਹੈਗੀ ਆ ਜਿੱਥੇ ਦੁਨੀਆ ਭਰ ਤੋਂ ਲੋਕ ਆਪਣਾ ਸਮਾਨ ਵੇਚਣ ਆਉਂਦੇ ਨੇ। ਇਹ ਏਦਾਂ ਹੀ ਮੈਨੂੰ ਲੱਗਦਾ ਕਿ ਖੇਤੀਬਾੜੀ ਦੀਆਂ ਜਿਹੜੇ ਫਸਲਾਂ ਨੇ, ਕਿਉਂਕਿ ਬਹੁਤ ਸਾਰੇ ਕੰਟਰੀਜ਼ ਏਦਾਂ ਦੇ ਵੀ ਹੈਗੇ ਜਿਨ੍ਹਾਂ ਕੋਲ ਅਨਾਜ ਸਰਪਲਸ ਹੈਗਾ, ਉਹ ਵੀ ਇੰਡੀਅਨ ਮਾਰਕੀਟ ਨੂੰ ਫਰੋਲਣ ਦੀ ਕੋਸ਼ਿਸ਼ ਕਰਦੇ ਨੇ, ਇੰਡੀਅਨ ਮਾਰਕੀਟ 'ਚ ਆਪਣਾ ਸਮਾਨ ਵੇਚਣ ਦੀ ਕੋਸ਼ਿਸ਼ ਕਰਦੇ ਨੇ। ਪਰ ਇੰਡੀਆ 'ਚ ਕਈ ਕਿਸਮ ਦੇ ਟੈਰਿਫ ਨੇ। ਜੇ ਰੈਸੀਪ੍ਰੋਕਲ ਟੈਰਿਫ ਵਾਲੀ ਡਿਬੇਟ ਅੱਗੇ ਛਿੜਦੀ ਹੈਗੀ ਆ ਤੇ WTO ਇਹਦੇ 'ਚ ਐਂਟਰ ਕਰਕੇ ਜਿਸ ਹਿਸਾਬ ਨਾਲ ਉਹਨਾਂ ਨੇ 90 'ਚ ਡਰੰਕਲ ਪ੍ਰਸਤਾਵ ਲੈ ਕੇ ਆਏ ਸੀਗੇ, ਜਾਂ ਫਿਰ ਅੱਗੇ ਵੀ ਹੁਣ ਵੀ ਉਹ ਨਵੇਂ ਪ੍ਰਸਤਾਵ ਲੈ ਕੇ ਆ ਰਹੇ ਨੇ, ਜਿਵੇਂ ਉਹ ਫਰਟੀਲਾਈਜ਼ਰ ਸਬਸਿਡੀ, ਫੂਡ ਸਬਸਿਡੀ, ਇਹਨਾਂ ਨੂੰ ਹਟਾਉਣ ਦੀ ਗੱਲ ਕਰਦੇ ਨੇ ਤੇ ਕਿਸੇ ਵੀ ਕਿਸਮ ਦਾ ਜਿਹੜਾ ਇੰਪੋਰਟ ਡਿਊਟੀ ਹੈਗੀ ਆ ਉਹਨੂੰ ਲਾਉਣ ਤੇ ਉਹ ਮਨਾਹੀ ਕਰਦੇ ਨੇ। ਤੇ ਮੈਨੂੰ ਲੱਗਦਾ ਕਿ ਜੇ ਉਹ ਸਾਰੀਆਂ ਚੀਜ਼ਾਂ ਵਾਪਸ ਆਉਣਗੀਆਂ ਤਾਂ ਫਿਰ ਜਿਹੜੇ ਇੰਡੀਅਨ ਫਾਰਮਰਸ ਹੈ ਉਹਨਾਂ ਨੂੰ ਦਿੱਕਤਾਂ ਆਉਣਗੀਆਂ। ਹਾਲਾਂਕਿ ਇਸ ਟਾਈਮ ਵੀਟ ਦੀ ਜਿਹੜੀ ਆਪਾਂ ਕਣਕ ਦੀ ਗੱਲ ਕਰੀਏ, ਕਣਕ ਦੀ ਜਿਹੜੀ ਕੀਮਤ ਉਹ ਉੱਪਰ ਜਾ ਰਹੀ ਹੈ, ਉੱਤੇ ਜਾ ਰਹੀ ਹੈ। ਹੁਣ ਅੱਜ ਦੇ ਟਾਈਮ ਪਿਛਲੇ ਸਵਾ ਮਹੀਨੇ 'ਚ ਹੀ 200-250 ਦੇ ਨੇੜੇ ਤੇੜੇ ਕਣਕ ਦੀ ਕੀਮਤ ਵਧੀ ਹੈ। ਪਹਿਲਾਂ 3000 ਰੁਪਏ ਸੀਗੀ, ਆਪਾਂ ਨੂੰ ਪਤਾ ਪਿਛਲੇ ਸਾਲ ਦਸੰਬਰ 2024 ਦੇ ਨੇੜੇ ਤੇੜੇ। ਅੱਜ ਦੇ ਟਾਈਮ 3250 ਦੇ ਨੇੜੇ ਤੇੜੇ ਪਹਿਲਾਂ ਹੀ ਪਹੁੰਚ ਗਈ ਹੈਗੀ ਆ। ਤੇ ਇਸ ਵਾਰ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਉਹਨਾਂ ਨੂੰ ਵੀ ਆਪਣੀ ਖਰੀਦ ਦਾ ਟਾਰਗੇਟ ਕਰਨ 'ਚ ਦਿੱਕਤ ਆਊਗੀ, ਕਿਉਂਕਿ ਪਹਿਲਾਂ ਹੀ ਜਿਹੜੀ ਮਾਰਕੀਟ ਹੈ ਉਹ ਵੀਟ ਕਿਸਾਨਾਂ ਤੋਂ ਲੈ ਰਹੀ ਹੈ। ਤੇ ਜੀ ਬਹੁਤ ਮਤਲਬ ਚਰਨਿੰਗ ਜਿਹੜਾ ਐਗਰੀਕਲਚਰ ਮਾਰਕੀਟ ਹੈ ਉਹਦੇ 'ਚ ਖਾਸੀ ਚਰਨਿੰਗ ਹੈ। ਇਸ ਕਰਕੇ ਮੈਨੂੰ ਲੱਗ ਰਿਹਾ ਕਿ ਜਿਹੜਾ MSP ਵਾਲਾ ਕੁਐਸਚਨ ਹੈ ਉਹਦੇ ਤੇ ਸਰਕਾਰ ਉਲਝੀ ਹੋਈ ਹੈ, ਉਹਨੂੰ ਕਿਵੇਂ ਡੀਲ ਕਰੇ, ਕਿਉਂਕਿ ਇੰਟਰਨੈਸ਼ਨਲ ਵੀ ਬਹੁਤ ਕੁਝ ਚੱਲ ਰਿਹਾ ਹੈ। ਤੇ ਇੰਟਰਨੈਸ਼ਨਲ ਜਿਹੜੇ ਸਰਪਲਸ ਕੰਟਰੀਜ਼ ਨੇ ਉਹ ਵੀ ਆਪਣਾ ਅਨਾਜ ਇੰਡੀਆ 'ਚ ਵੇਚਣਾ ਚਾਹੁੰਦੇ ਨੇ। ਜੇ ਇੰਡੀਆ 'ਚ MSP ਤੇ ਖਰੀਦ ਲਾਗੂ ਕਰ ਦਿੱਤੀ ਜਾਂਦੀ ਹੈ ਤੇ ਉਹਦੇ ਤੇ WTO ਦਾ ਕਿਸ ਕਿਸਮ ਦਾ ਰਿਐਕਸ਼ਨ ਆਊਗਾ, ਉਹ ਵੀ ਗੱਲ ਹੈ। ਕਾਰਪੋਰੇਟ ਕਿਵੇਂ ਰਿਸਪੌਂਡ ਕਰਨਗੇ, ਕਿਉਂਕਿ ਆਪਾਂ ਨੂੰ ਪਤਾ ਕਿ ਬਿਹਾਰ, ਮੱਧ ਪ੍ਰਦੇਸ਼ ਇਹ ਏਦਾਂ ਦੇ ਸੂਬੇ ਨੇ ਜਿੱਥੇ ਜਿਹੜੇ ਕਾਰਪੋਰੇਟ ਨੇ ਜਾਂ ਫਿਰ ਵੱਡੇ ਵਪਾਰੀ ਨੇ ਅਨਾਜ ਦੇ, ਉਹ ਤਾਂ ਬਹੁਤ ਘੱਟ ਰੇਟ ਤੇ ਫਸਲਾਂ ਚੱਕਦੇ ਨੇ। ਜਿਸ ਹਿਸਾਬ ਨਾਲ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ ਗੱਲ ਕਰੀਏ ਰਾਈਸ ਦੀ, ਪੈਡੀ ਦੀ ਆਪਾਂ ਗੱਲ ਕਰੀਏ ਤੇ ਜਿੰਨਾ ਰੇਟ ਆਪਾਂ ਨੂੰ ਪੰਜਾਬ 'ਚ ਮਿਲਦਾ ਹੈਗਾ ਉਹ ਉਹਨਾਂ ਬਿਹਾਰ 'ਚ ਨਹੀਂ ਮਿਲਦਾ। ਕਣਕ ਦੀ ਵੀ ਗੱਲ ਕਰ ਲਈਏ, ਕਣਕ ਉੱਥੇ 2500-2600 ਰੁਪਏ ਕੁਇੰਟਲ ਵਿਕਦੀ ਹੈਗੀ ਹੈ, ਪੰਜਾਬ 'ਚ 3000 ਤੋਂ ਘੱਟ ਤੁਹਾਨੂੰ ਕਣਕ ਨਹੀਂ ਮਿਲੂਗੀ। ਤੇ ਇਹ ਫਰਕ ਹੈਗਾ। ਮੈਨੂੰ ਲੱਗਦਾ ਕਿ ਇਸ ਕਰਕੇ ਜਿਹੜਾ ਇੱਥੋਂ ਦਾ ਲੋਕਲ ਟਰੇਡਰ ਹੈਗਾ ਉਹ ਵੀ ਔਖਾ ਹੋਊਗਾ MSP ਗਾਰੰਟੀ ਕਾਨੂੰਨ ਤੇ ਜਿਹੜਾ ਇੰਟਰਨੈਸ਼ਨਲ ਬਾਜ਼ਾਰ ਹੈ ਉਹ ਵੀ ਉਹ ਵੀ ਉਹਦੇ ਤੇ ਰਿਐਕਟ ਕਰਨਗੇ। ਉਹ WTO ਵੀ ਉਹਦੇ ਤੇ ਰਿਐਕਟ ਕਰੂਗਾ, ਕਾਰਪੋਰੇਟ ਵੀ ਰਿਐਕਟ ਕਰੂਗਾ। ਇਸ ਕਰਕੇ ਜਿਹੜਾ ਇੱਕ ਅਸਹਿਜਤਾ ਹੈਗੀ ਆ ਸਰਕਾਰ ਦੇ ਵਿੱਚ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਜੀ ਸੋ ਵੇਖਦੇ ਆ ਬਣਦਾ ਕੀ ਹੈ, ਮੀਟਿੰਗ ਦਰ ਮੀਟਿੰਗ ਗੱਲ ਅੱਗੇ ਤੁਰਦੀ ਹੈ ਜਾਂ ਫਿਰ ਕੋਈ ਹੱਲ ਲੈ ਕੇ ਕੇਂਦਰ ਤੋਂ ਆਉਂਦੇ ਨੇ ਮੰਤਰੀ ਤੇ ਇੱਥੇ ਹੱਲ ਸੁਣਾ ਕੇ ਕਿਸਾਨਾਂ ਨੂੰ ਖੁਸ਼ ਕਰਦੇ ਨੇ। ਸੋ ਅਗਲੀ ਖਬਰ ਪੰਜਾਬ ਕਾਂਗਰਸ ਦੇ ਨਾਲ ਜੁੜੀ ਹੋਈ ਹੈ। ਇਹਨਾਂ ਨੇ ਇੰਚਾਰਜ ਬਦਲ ਦਿੱਤਾ ਜੀ ਰਾਤੋਂ ਰਾਤ। ਰਾਤ ਨੂੰ ਖਬਰ ਆਉਂਦੀ ਹੈ ਕਿ ਜਿਹੜੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਬਘੇਲ ਸਾਹਿਬ, ਉਹਨਾਂ ਨੂੰ ਪੰਜਾਬ ਦੇ ਵਿੱਚ ਇੰਚਾਰਜ ਲਾ ਦਿੱਤਾ ਗਿਆ ਹੈ। ਬਹੁਤ ਸਾਰੀ ਉਤਲ ਪੁਤਲ ਰਹੀ ਹੈ ਪੁਰਾਣੇ ਇੰਚਾਰਜ ਸਾਹਿਬ ਦੇ ਨਾਲ ਅਤੇ ਹੁਣ ਬਦਲ ਦਿੱਤਾ ਗਿਆ। ਇਸ ਦੇ ਮੁੱਖ ਕਾਰਨ ਕੀ ਦੱਸੇ ਜਾ ਰਹੇ? ਹਾਂ ਦੇਖੋ, ਕਈ ਚੀਜ਼ਾਂ ਹੋਈਆਂ ਨੇ ਇਹਦੇ 'ਚ। ਇੱਕ ਗੱਲ ਤਾਂ ਇਹ ਹੋਈ ਹੈ ਕਿ ਪੰਜਾਬ ਦੇ ਜਿਹੜੇ ਸਾਬਕਾ ਚੀਫ ਮਿਨਿਸਟਰ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਨੂੰ ਕਾਂਗਰਸ ਦੇ ਸੰਗਠਨ 'ਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈਗੀ ਆ।
ਉਹਨਾਂ ਨੂੰ ਆਪਾਂ ਨੂੰ ਪਤਾ ਹੈ ਕਿ ਨੈਸ਼ਨਲ ਜਿਹੜਾ ਹੈਗਾ ਜਨਰਲ ਸਕੱਤਰ ਉਹਨਾਂ ਨੂੰ ਲਾਇਆ ਗਿਆ ਹੈਗਾ, ਤੇ ਉਹਨਾਂ ਦੀ ਇੱਛਾ ਸੀਗੀ ਕਿ ਉਹ ਪੰਜਾਬ 'ਚ ਕੰਮ ਕਰਨ, ਪਰ ਉਹਨਾਂ ਨੂੰ ਕੇਂਦਰ 'ਚ ਜ਼ਿੰਮੇਵਾਰੀ ਦਿੱਤੀ ਗਈ ਹੈਗੀ ਆ। ਬੇਸਿਕਲੀ ਜਿਹੜਾ ਕਾਂਗਰਸ ਦਾ ਸੰਗਠਨ ਹੈ ਨੈਸ਼ਨਲ ਲੈਵਲ ਤੇ, ਉਹ ਖਾਸੇ ਉਥਲ-ਪੁਥਲ ਦੇ ਦੌਰ 'ਚ ਲੰਘ ਰਿਹਾ ਹੈ, ਤੇ ਉੱਥੇ ਖਾਸੀਆਂ ਅੱਡ-ਅੱਡ ਚੀਜ਼ਾਂ ਨਿਕਲ ਰਹੀਆਂ ਨੇ, ਅੱਡ-ਅੱਡ ਕਿਸਮ ਦੇ ਫੈਸਲੇ ਲਿੱਤੇ ਜਾ ਰਹੇ ਨੇ। ਇਸੇ ਕਰਕੇ ਆਪਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਤੇ ਜਿਹੜਾ ਭੁਪੇਸ਼ ਬਘੇਲ ਸਾਹਿਬ ਹੈਗੇ ਆ, ਉਹ ਛੱਤੀਸਗੜ੍ਹ ਦੇ ਸਾਬਕਾ ਸੀਐਮ ਨੇ, ਚੀਫ ਮਿਨਿਸਟਰ ਨੇ। 2023 ਚ ਚੋਣ ਹੋਈ ਸੀ, ਉਸ 'ਚ ਉਹ ਹਾਰ ਗਏ ਸੀਗੇ। 2018 ਚ ਉਹ ਸੀਐਮ ਚੁਣੇ ਗਏ ਸੀਗੇ। ਲੱਗ ਰਿਹਾ ਸੀਗਾ ਕਿ ਛੱਤੀਸਗੜ੍ਹ 'ਚ ਰਿਪੀਟ ਕਰੂਗੀ ਸਰਕਾਰ, ਪਰ ਰਿਪੀਟ ਨਹੀਂ ਹੋਈ। ਉਹਨਾਂ ਨੂੰ ਉੱਥੇ ਸੌਫਟ ਹਿੰਦੂਤਵਾ ਦਾ ਹੀ ਚਿਹਰਾ ਮੰਨਿਆ ਗਿਆ ਸੀਗਾ। ਉਹਨਾਂ ਨੇ ਸੀਤਾ ਮਈਆ ਵਾਸਤੇ, ਹਨੂੰਮਾਨ ਵਾਸਤੇ ਕਈ ਸਾਰੀਆਂ ਚੀਜ਼ਾਂ ਉੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਨੂੰ ਓਬੀਸੀ ਚਿਹਰਾ ਬਣਾ ਕੇ ਵੀ ਪੇਸ਼ ਕੀਤਾ ਗਿਆ ਸੀ। ਸੈਂਟਰਲ ਇੰਡੀਆ ਦਾ ਇੱਕ ਵੱਡਾ ਕਿਸਾਨ ਆਗੂ ਬਣਾ ਕੇ ਵੀ ਕਾਂਗਰਸ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਉੱਥੇ ਆਪਾਂ ਨੂੰ ਪਤਾ ਕੋਈ ਜ਼ਿਆਦਾ ਸਫਲਤਾ ਮਿਲੀ ਨਹੀਂ। ਪੰਜਾਬ ਲੈ ਕੇ ਆਇਆ ਜਾ ਰਿਹਾ ਹੈ। ਮੈਨੂੰ ਲੱਗਦਾ ਕਿ ਹਰੀਸ਼ ਜਿਹੜੇ ਇਸ ਤੋਂ ਪਹਿਲਾਂ ਇੰਚਾਰਜ ਸੀਗੇ ਹਰੀਸ਼ ਚੌਧਰੀ, ਹੁਣ ਤਾਂ ਦੇਵਿੰਦਰ ਯਾਦਵ ਸੀਗੇ, ਪਰ ਦੇਵਿੰਦਰ ਯਾਦਵ ਤੋਂ ਪਹਿਲਾਂ ਸੀਗੇ ਹਰੀਸ਼ ਚੌਧਰੀ, ਜਿਹੜੇ ਕਿ ਰਾਜਸਥਾਨ ਤੋਂ ਆਗੂ ਆਉਂਦੇ ਨੇ। ਹਰੀਸ਼ ਚੌਧਰੀ ਠੀਕ ਠਾਕ ਉਹਨਾਂ ਨੇ ਕੰਮ ਕੀਤਾ ਸੀਗਾ, ਵਧੀਆ ਇੰਚਾਰਜ ਸੀਗੇ, ਪਰ ਉਹਨਾਂ ਦੇ ਜਦੋਂ ਉਹਨਾਂ ਦਾ ਕਾਰਜਕਾਲ ਸੀ, ਉਦੋਂ ਹਾਰ ਦਾ ਮੂੰਹ ਦੇਖਣਾ ਪਿਆ ਸੀਗਾ। ਤੇ ਹੁਣ ਦੇਵਿੰਦਰ ਯਾਦਵ ਜਿਹੜੇ ਲਾਏ ਗਏ ਸੀ ਉਹਨਾਂ ਤੋਂ ਬਾਅਦ, ਉਹਨਾਂ ਨੂੰ ਤਾਂ ਕੁਛ ਕੱਖ ਆਉਂਦਾ ਨਹੀਂ ਸੀਗਾ। ਉਹ ਤਾਂ ਕੋਈ ਐਂ ਹੀ ਸੀਗੇ, ਮਤਲਬ ਉਹਨਾਂ ਨੂੰ ਕੁਛ ਨਹੀਂ ਪਤਾ ਸੀਗਾ, ਬਲਕਿ ਪੰਜਾਬ ਕਾਂਗਰਸ ਨੂੰ ਬਰਬਾਦ ਕਰਕੇ ਜਾਂਦੇ। ਹੁਣ ਜਿਹੜੇ ਆ ਰਹੇ ਨੇ ਭੁਪੇਸ਼ ਬਘੇਲ, ਜਿਹੜੇ ਸਾਬਕਾ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ, ਉਹਨਾਂ ਤੋਂ ਖਾਸੀ ਉਮੀਦ ਹੈ। ਉਹਨਾਂ ਨੂੰ ਇੱਕ ਹਿਸਾਬ ਨਾਲ ਐਕਸਪੀਰੀਅੰਸ ਵੀ ਹੈ ਸਰਕਾਰ ਚਲਾਉਣ ਦਾ, ਤੇ ਉਹਨਾਂ ਨੂੰ ਖਾਸਾ ਸhrewd ਪੋਲੀਟੀਸ਼ੀਅਨ ਮੰਨਿਆ ਜਾਂਦਾ ਹੈ। ਉਹਨਾਂ ਦੇ ਆਉਣ ਕਰਕੇ ਮੈਨੂੰ ਲੱਗਦਾ ਕਿ ਕਈ ਸਾਰੀਆਂ ਚੀਜ਼ਾਂ ਹੋਣਗੀਆਂ। ਰਾਜਾ ਵੜਿੰਗ ਨੂੰ ਵੀ ਬਦਲਿਆ ਜਾਊਗਾ। ਤੁਸੀਂ ਇੱਕ ਗੱਲ ਯਾਦ ਰੱਖੋ, ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਵੀ ਕਿਤੇ ਨਾ ਕਿਤੇ ਪੱਤਾ ਕੱਟਣ ਵਾਲਾ ਹੈ, ਤੇ ਉਹਨਾਂ ਦੀ ਥਾਂ ਤੇ ਕੋਈ ਨਵਾਂ ਪ੍ਰਧਾਨ ਲਾਇਆ ਜਾਊਗਾ। ਜਿੰਨਾ ਤੱਕ ਮੇਰਾ ਅਨੁਮਾਨ ਹੈ, ਪੰਜਾਬ ਕਾਂਗਰਸ ਦਾ ਜਿਹੜਾ ਅਗਲਾ ਪ੍ਰਧਾਨ ਹੋਊਗਾ, ਉਹ ਕੋਈ ਹਿੰਦੂ ਚਿਹਰਾ ਹੋਊਗਾ। ਬਹੁਤ ਹੱਦ ਤੱਕ ਜੇ ਆਪਾਂ ਗੱਲ ਕਰਨੀ ਹੋਵੇ, ਮੈਨੂੰ ਲੱਗਦਾ ਕਿ ਜਿਹੜੇ ਲੁਧਿਆਣੇ ਤੋਂ ਆਸ਼ੂ ਜਿਹੜੇ ਹੈਗੇ ਆ, ਆਸ਼ੂ ਵੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋ ਸਕਦੇ ਨੇ। ਜਿਹੜੇ ਜੀ ਪ੍ਰਗਟ ਸਿੰਘ ਹੈਗੇ ਆ ਹਾਕੀ ਦੇ ਖਿਡਾਰੀ, ਉਹ ਵੀ ਰੇਸ 'ਚ ਹੈਗੇ ਆ। ਹੋਰ ਵੀ ਕਈ ਨਾਂ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਜਿਹੜੇ ਕਿ ਪਰ ਇੱਛਾ ਚਰਨਜੀਤ ਸਿੰਘ ਚੰਨੀ ਦੀ ਸੀਗੀ, ਪਰ ਚਰਨਜੀਤ ਸਿੰਘ ਚੰਨੀ ਨੂੰ ਸੈਂਟਰ 'ਚ ਵੱਡਾ ਅਹੁਦਾ ਦਿੱਤਾ ਗਿਆ ਹੈਗਾ। ਇਹ ਜੀ ਚੀਜ਼ਾਂ ਹੈਗੀਆਂ। ਹਰਿਆਣੇ ਦਾ ਵੀ ਜਿਹੜਾ ਇੰਚਾਰਜ ਹੈ ਉਹ ਬਦਲਿਆ ਗਿਆ ਹੈਗਾ। ਬੀਕੇ ਹਰੀ ਪ੍ਰਸਾਦ ਲਾਇਆ ਗਿਆ ਹੈਗਾ। 70 ਸਾਲਾਂ ਦਾ ਬੰਦਾ ਹੈ, ਮਤਲਬ ਆਗੂ ਹੈਗਾ ਕਾਂਗਰਸ ਦਾ, ਤੇ ਖਾਸਾ ਮਤਲਬ ਐਕਸਪੀਰੀਅੰਸ ਹੈਗਾ। ਹੁਣ ਦੇਖਣਾ ਹੋਊਗਾ ਕਿ ਹਰਿਆਣੇ ਪੰਜਾਬ 'ਚ ਕਿਵੇਂ ਕਾਂਗਰਸ ਅੱਗੇ ਵੱਧਦੀ ਹੈਗੀ ਆ। ਕਾਂਗਰਸ ਇਹ ਸਮਝਦੀ ਹੈਗੀ ਆ ਕਿ ਨਾਰਥ ਇੰਡੀਆ 'ਚ ਸਾਡੇ ਜਿਹੜੇ ਸੇਫ ਸੂਬੇ ਨੇ, ਉਹ ਪੰਜਾਬ ਹੈਗਾ, ਹਰਿਆਣਾ ਜਿੱਥੇ ਉਹ ਸਟਰੋਂਗ ਨੇ, ਰਾਜਸਥਾਨ ਹੈਗੇ ਆ। ਤੋ ਪੰਜਾਬ ਤੇ ਉਹ ਖਾਸਾ ਫੋਕਸ ਕਰ ਰਹੇ ਨੇ। ਉਹਨਾਂ ਨੂੰ ਲੱਗ ਰਿਹਾ ਕਿ ਸਾਡੀ ਜਿਹੜੀ ਪਹਿਲੀ ਵਿਕਟਰੀ ਨਾਰਥ ਇੰਡੀਆ ਤੋਂ ਆਉਣੀ ਹੈਗੀ ਆ 2022 2024 ਤੋਂ ਬਾਅਦ, ਉਹ 2027 'ਚ ਆਉਣੀ ਹੈ, ਤੇ ਉਹ ਪੰਜਾਬ ਤੋਂ ਆਉਣੀ ਹੈ। ਇਸ ਕਰਕੇ ਉਹ ਇੰਨਾ ਜ਼ਿਆਦਾ ਸੀਰੀਅਸ ਨੇ। ਇਸ ਕਰਕੇ ਉਹਨਾਂ ਨੇ ਆਪਣੇ ਸੀਨੀਅਰ ਮੋਸਟ ਆਗੂ ਨੂੰ ਪੰਜਾਬ ਦਾ ਪ੍ਰਭਾਰੀ ਨਿਯੁਕਤ ਕੀਤਾ ਹੈਗਾ, ਭੁਪੇਸ਼ ਬਘੇਲ ਨੂੰ। ਪੰਜਾਬ ਇਸ ਤੋਂ ਇਲਾਵਾ ਕਾਂਗਰਸ 'ਚ ਜਨਰਲ ਸਕੱਤਰ ਵੀ ਲਾਇਆ ਗਿਆ ਹੈਗਾ, ਉਹਨਾਂ ਦਾ ਜੀ ਪੋਸਟ। ਹਾਂ, ਤੇ ਉਹ ਜਨਰਲ ਸਕੱਤਰ ਨੇ ਕਾਂਗਰਸ ਦੇ, ਤੇ ਰਾਹੁਲ ਗਾਂਧੀ ਦੇ ਖਾਸੇ ਨੇੜੇ ਮੰਨੇ ਜਾਂਦੇ ਨੇ। ਪ੍ਰਿਯੰਕਾ ਗਾਂਧੀ ਵੀ ਇੰਟਰਸਟਿਡ ਹੈਗੀ ਆ, ਤੇ ਇਹ ਜਿਹੜਾ ਡਿਸੀਜਨ ਲਿੱਤਾ ਗਿਆ ਹੈਗਾ, ਇਹ ਪ੍ਰਿਯੰਕਾ ਗਾਂਧੀ ਵੱਲੋਂ ਲਿੱਤਾ ਗਿਆ ਹੈਗਾ। ਪੰਜਾਬ 'ਚ ਭੁਪੇਸ਼ ਬਘੇਲ ਨੂੰ ਇੱਥੇ ਭੇਜਣਾ, ਇਹ ਪ੍ਰਿਯੰਕਾ ਗਾਂਧੀ ਦਾ ਡਿਸੀਜਨ ਹੈ। ਤੇ ਪ੍ਰਿਯੰਕਾ ਗਾਂਧੀ ਖਾਸੀ ਇੰਟਰਸਟਿਡ ਰਹਿੰਦੀ ਹੈ ਪੰਜਾਬ ਦੀ ਪੋਲਿਟਿਕਸ 'ਚ। ਹੁਣ ਆਪਾਂ ਨੂੰ ਆਪਾਂ ਨੂੰ ਦੇਖਣਾ ਹੋਊਗਾ ਕਿ ਕਿਸ ਕਿਸਮ ਨਾਲ ਉਹ ਕੰਮ ਕਰਦੇ ਨੇ। ਮੇਰਾ ਅੰਦਾਜ਼ਾ ਇਹ ਹੈ ਕਿ ਹੁਣ ਪੰਜਾਬ 'ਚ ਜਿਹੜਾ ਅਗਲਾ ਪ੍ਰਧਾਨ ਲੱਗਣ ਵਾਲਾ ਹੈ, ਉਹ ਹਿੰਦੂ ਚਿਹਰਾ ਹੋਊਗਾ, ਤੇ ਉਹ ਬਹੁਤ ਹੱਦ ਤੱਕ ਆਸ਼ੂ ਹੋ ਸਕਦੇ ਨੇ। ਜੀ, ਸੋ ਵੇਖਦੇ ਹਾਂ ਹੁਣ ਬਾਰੀ ਆਉਂਦੀ ਕਿਹਦੀ ਹੈ, ਪਰ ਜਿਹਦੀ ਵੀ ਆਊਗੀ ਉਸ ਨੂੰ ਸਭ ਤੋਂ ਪਹਿਲਾਂ ਅੰਦਰਲੀ ਜਿਹੜੀ ਖਿੱਚੋਤਾਣ ਹੈ ਉਹ ਖਤਮ ਕਰਨੀ ਪਊਗੀ। ਧੜੇ ਜਿਹੜੇ ਉਹ ਬਣੇ ਤਾਂ ਨਹੀਂ ਹੋਏ ਨੇ ਹੁੰਦੀ ਕਾਂਗਰਸ। ਜੀ ਜੀ ਗੁਰਪ੍ਰੀਤ, ਉਹ ਤਾਂ ਨਹੀਂ ਹੁੰਦੀ। ਇੱਕ ਗੱਲ ਮੈਂ ਤੁਹਾਨੂੰ ਇੰਟਰਸਟਿੰਗ ਦੱਸਦਾ। ਤੁਸੀਂ ਬਹੁਤ ਜੀ ਸੋਹਣਾ, ਕਈ ਵਾਰ ਤੁਸੀਂ ਬਹੁਤ ਸੋਹਣੀਆਂ ਲਾਈਨਾਂ ਪਿਕ ਕਰਦੇ ਹੋ। ਬਹੁਤ ਸੋਹਣੀ ਜੀ ਲਾਈਨ ਪਿਕ ਕੀਤੀ ਹੈ ਕਿ ਪੋਲੀਟੀਕਲ ਲਾਈਨ ਹੈ, ਬਲਕਿ ਕਿ ਕਾਂਗਰਸ ਦੇ ਅੰਦਰ, ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਅੰਦਰਲੀ ਖਿੱਚਤਾਣ ਹੈਗੀ ਆ। 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਇੱਕ ਲਿਸਟ ਤਿਆਰ ਕਰ ਰਹੀ ਸੀਗੀ, ਜਿਹਦੇ 'ਚ ਜੀ ਉਹ ਏਦਾਂ ਦੀਆਂ ਗੱਲਾਂ ਲਿਖ ਰਹੇ ਸੀ, ਜਿਹਨੂੰ ਉਹ ਹਾਈਲਾਈਟ ਕਰਕੇ ਪੰਜਾਬ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਦੀ ਨਲਾਇਕੀਆਂ ਨੂੰ ਜ਼ਿਆਦਾ ਲੋਕਾਂ ਤੱਕ ਪ੍ਰਚਾਰ ਕਰ ਸਕਣ। ਜੀ
ਉਹਨਾਂ ਨੇ ਅਕਾਲੀ ਦਲ ਦੀ ਜਿਹੜੇ ਨਲਾਇਕੀਆਂ ਸੀਗੀਆਂ ਉਹ ਵੀ ਲਿਸਟ ਕੀਤੀਆਂ। ਉਹਨਾਂ 'ਚ ਉਹਨਾਂ ਨੇ ਪੰਥਕ ਜਥੇਬੰਦੀਆਂ ਦਾ ਨੂੰ ਢਾਲਣ ਵਾਲਾ ਇੱਕ ਲਾਇਆ, ਦੂਜਾ ਉਹਨਾਂ ਨੇ ਬੇਅਦਬੀਆਂ ਵਾਲਾ ਮਾਮਲਾ ਚੱਕਿਆ, ਤੀਜਾ ਡੇਰਾ ਸਰਸਾ। ਇਹ 3-4 ਚੀਜ਼ਾਂ ਉਹਨਾਂ ਨੇ ਬਣਾਈਆਂ। ਜੀ। ਮਜੀਠੀਆ ਸਾਹਿਬ ਦਾ ਇਸ਼ੂ ਬਣਾਇਆ, ਨਸ਼ੇ ਵਾਲਾ ਇਸ਼ੂ ਬਣਾਇਆ। ਇਹ ਸਾਰੀਆਂ ਚੀਜ਼ਾਂ ਸੀਗੀਆਂ। ਤੇ ਕਾਂਗਰਸ ਦਾ ਉਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਸਭ ਤੋਂ ਉੱਪਰਲਾ ਜਿਹੜਾ ਪੁਆਇੰਟ ਲਿਖਿਆ ਉਹ ਸੀਗਾ ਕਿ ਪੰਜਾਬ ਕਾਂਗਰਸ ਦੇ ਵਿੱਚ ਇੰਟਰਨਲ ਫਾਈਟ ਨੂੰ ਹੋਰ ਤਿੱਖਾ ਕੀਤਾ ਜਾਵੇ, ਉਹਨਾਂ ਦੇ ਜੀ। ਆਗੂਆਂ ਨੂੰ ਹੋਰ ਲੜਾਇਆ ਜਾਵੇ। ਤੇ ਜੀ। ਜਿਹੜੀ ਮੌਕੇ ਦੀ ਸਰਕਾਰ ਹੈਗੀ, ਆਮ ਆਦਮੀ ਪਾਰਟੀ ਸਰਕਾਰ, ਉਹ ਪੂਰੀ ਕੋਸ਼ਿਸ਼ ਕਰਨ 'ਚ ਲੱਗੀ ਹੋਈ ਹੈ ਕਿ ਕਾਂਗਰਸੀਆਂ ਨੂੰ ਹੋਰ ਲੜਾਇਆ ਜਾਵੇ। ਤੇ ਤੁਸੀਂ ਵੀ ਉੱਥੇ ਉਹਨਾਂ ਦੇ ਦਰਦਾਂ ਨੂੰ ਤੁਸੀਂ ਵੀ ਛੇੜ ਹੀ ਰਹੇ ਹੋ। ਮੈਨੂੰ ਲੱਗਦਾ ਕਿ ਨਵਾਂ ਪ੍ਰਧਾਨ ਆਊਗਾ, ਉਹਦੇ ਨਾਲ ਵੀ ਕਿਤੇ ਨਾ ਕਿਤੇ ਚੀਜ਼ਾਂ ਸ਼ਾਂਤ ਨਹੀਂ ਹੋਣਗੀਆਂ, ਕਿਉਂਕਿ ਰਾਜਾ ਵੜਿੰਗ ਖਾਸਾ ਨੁਕਸਾਨ ਕਰਕੇ ਜਾਊਗਾ। ਪਹਿਲਾਂ ਹੀ ਉਹਨੇ ਬਹੁਤ ਜ਼ਿਆਦਾ ਨੁਕਸਾਨ ਉਹ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦਾ ਬਹੁਤ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਜੀ ਜੀ। ਉਹ ਅਸਲ 'ਚ ਗੱਲ ਪਤਾ ਕੀ ਹੈ ਜੀ, ਸਾਡੀ ਦੌੜ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ, ਉਹਨਾਂ ਨੂੰ ਇਹੀ ਹੈ ਵੀ ਕਿਤੇ ਮੁੱਖ ਮੰਤਰੀ ਵਾਲੀ ਦੌੜ 'ਚ ਨਾ ਮੈਂ ਪਿੱਛੇ ਰਹਿ ਜਾਵਾਂ। ਬੇਸ਼ੱਕ ਬੰਦਾ ਕੇਂਦਰ 'ਚ ਹੈ, ਬੇਸ਼ੱਕ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ, ਜਿਹੜੇ ਧੜੇ ਵੀ ਚੱਲ ਰਹੇ ਨੇ, ਬਣੇ ਹੋਏ ਨੇ। ਤੁਸੀਂ ਸਿੱਧੂ ਸਾਹਿਬ ਨੂੰ ਵੀ ਦੇਖ ਰਹੇ ਹੋਵੋਗੇ, ਅੱਜ ਕੱਲ ਉਹਨਾਂ ਦੇ ਜਿਹੜੇ ਟਵੀਟਸ ਆਉਂਦੇ ਨੇ ਜਾਂ ਫਿਰ ਫੇਸਬੁੱਕ, ਯੂਟਿਊਬ ਤੇ, ਇੰਸਟਾ ਤੇ ਉਹ ਵੀਡੀਓ ਪਾਉਂਦੇ ਨੇ, ਉਹ ਕਦੀ ਗੁੱਲੀ ਡੰਡਾ ਖੇਡ ਲਿਆ, ਕਦੀ ਮਜ਼ਾਕ ਕਰ ਲਿਆ, ਕਦੀ ਕੁਛ ਕਰ ਲਿਆ। ਉਹ ਵੀ ਪੰਜਾਬ ਮਾਡਲ ਬਹੁਤ ਪੇਸ਼ ਕਰ ਰਹੇ ਸੀ। ਦੌੜ ਪੰਜਾਬ 'ਚ ਹੈ, ਕੋਈ ਵੀ ਧਿਰ ਜਿਹੜੀ ਹੈ ਕਾਂਗਰਸ ਦੀ, ਉਹ ਆਪਸ ਦੇ ਵਿੱਚ ਹੀ ਕਹਿੰਦੇ ਕਾਂਗਰਸ ਨੂੰ ਬਾਹਰੋਂ ਕਿਸੇ ਵਿਰੋਧੀ ਦੀ ਲੋੜ ਨਹੀਂ, ਅੰਦਰ ਹੀ ਉਹਨਾਂ ਦੇ ਆਪਸ 'ਚ ਬਹੁਤ ਸਾਰੇ ਵਿਰੋਧੀ ਹੁੰਦੇ ਨੇ ਜਿਹੜੇ ਇੱਕ ਦੂਸਰੇ ਨੂੰ ਮਾਰ ਕੇ ਹਮੇਸ਼ਾ ਆਪਣੀ ਪਾਰਟੀ ਦਾ ਨੁਕਸਾਨ ਕਰ ਲੈਂਦੇ ਨੇ। ਸੋ ਮੁੱਖ ਮੰਤਰੀ ਬਣਨਾ ਜਿਹੜੇ ਪ੍ਰਤਾਪ ਬਾਜਵਾ ਨੇ, ਉਹ ਚਾਹੁੰਦੇ ਨੇ ਕਿ ਉਮਰ ਦੇ ਹਿਸਾਬ ਦੇ ਨਾਲ, ਬਾਕੀ ਤਜਰਬੇ ਦੇ ਹਿਸਾਬ ਨਾਲ ਮੈਂ ਬਣ ਜਾਵਾਂ ਮੁੱਖ ਮੰਤਰੀ। ਚੰਨੀ ਸਾਹਿਬ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਫੇਸ ਦੇ ਅਕੋਰਡਿੰਗ, ਉਹਨਾਂ ਦੀਆਂ ਗੱਲਾਂ ਦੇ ਅਕੋਰਡਿੰਗ, ਜਿੱਦਾਂ ਦੀਆਂ ਉਹ ਗੱਲਾਂ ਕਰਦੇ ਨੇ, ਉਹਨਾਂ ਦਾ ਦਾਅ ਲੱਗ ਸਕਦਾ ਹੈ। ਪਿੱਛੇ ਹੀ ਵੜਿੰਗ ਸਾਹਿਬ ਵੀ ਪੱਗ ਬੰਨਣੀ ਸ਼ੁਰੂ ਕਰ ਚੁੱਕੇ ਨੇ। ਉਹਨਾਂ ਨੂੰ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਪੱਗ ਵਾਲਾ ਹੀ ਹੋ ਸਕਦਾ, ਸਰਦਾਰ ਹੀ ਹੋ ਸਕਦਾ। ਬਹੁਤ ਸਾਰੀਆਂ ਗੱਲਾਂ ਨੇ, ਪਰ ਆਪਾਂ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਤੁਸੀਂ ਸਾਰੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਗੁਰਪ੍ਰੀਤ। ਸੋ ਇਹ ਸਨ ਜੀ ਸਾਡੇ ਨਾਲ ਮਨਦੀਪ ਪੁਨੀਆ, ਜਿਨ੍ਹਾਂ ਨੇ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਤੁਹਾਡੇ ਲਈ ਕੀਤਾ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ।